ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਸਾਬਕਾ IAS ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਮੌਜੂਦਾ ਜੋ ਪੰਥਕ ਰੇੜਕਾ ਪਿਆ ਹੋਇਆ ਪੰਥਕ ਮਸਲਿਆਂ ਨੂੰ ਲੈ ਕੇ, ਜਥੇਦਾਰ ਸਾਹਿਬ ਦੀ ਪੋਜੀਸ਼ਨ ਨੂੰ ਲੈ ਕੇ। ਖਾਸ ਗੱਲ ਇਹ ਹੈ ਕਿ ਨਹਿਰੂ ਤਾਰਾ ਪੈਕਟ ਜਿਹਨੂੰ ਕਿਹਾ ਜਾਂਦਾ, ਮਾਸਟਰ ਤਾਰਾ ਸਿੰਘ ਦਾ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਹੋਰਾਂ ਦੇ ਨਾਲ ਜੋ ਸਮਝੌਤਾ ਹੋਇਆ ਸੀਗਾ ਪਿਛਲੇ ਦਿਨੀ, ਜੋ ਪੰਜਾਬ ਸਰਕਾਰ ਨੇ ਗੁਰਦੁਆਰਾ ਐਕਟ ਨੂੰ ਲੈ ਕੇ, ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਮਤਾ ਪੰਜਾਬ ਵਿਧਾਨ ਸਭਾ ਚ ਲਿਆਂਦਾ ਸੀਗਾ, ਉਹ ਹੁਣ ਕਾਨੂੰਨ ਸਲਾਹ ਦੇ ਲਈ ਅੱਗੇ ਤੋਰਿਆ ਗਿਆ ਤੇ ਅੱਗੋਂ ਜਾ ਕੇ ਰਾਜਪਾਲ ਸਾਹਿਬ ਕੋਲ ਪਹੁੰਚਣਾ। ਗੁਰਦੁਆਰਾ ਐਕਟ ਦੀਆਂ ਚਰਚਾਵਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਕਿ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਹੀਂ ਬਣਦਾ। ਜਿਹੜੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਈ ਵਾਰ ਇਹਦੀ ਮੰਗ ਚੁੱਕੀ ਸੀ। ਇਹ ਤਮਾਮ ਸਵਾਲਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਣ। ਸਰਦਾਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸੁਖਵਿੰਦਰ ਜੀ। ਜੀ ਧੰਨਵਾਦ। ਸਭ ਤੋਂ ਪਹਿਲਾਂ ਇਹ ਆ ਕਿ ਅੱਜ ਮਾਸਟਰ ਤਾਰਾ ਸਿੰਘ ਹੋਰਾਂ ਦੀ ਜਨਮ ਵਰ੍ਹੇਗੰਢ ਹੈ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਉਹ ਕਹਿੰਦੇ ਹੁੰਦੇ ਸੀ ਕਿ ਪੰਥ ਵਸੇ ਮੈਂ ਉਜੜਾ, ਉਸ ਫਿਲਾਸਫੀ ਦੇ ਧਾਰਨੀ ਸੀਗੇ। ਉਹ ਪੰਥਕ ਮਸਲਿਆਂ ਨੂੰ ਲੈ ਕੇ ਜਾਂ ਪੰਥਕ ਸੇਵਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਪ੍ਰਣਾਏ ਹੋਏ ਸੀ। ਅੱਜ ਦੀ ਸਿਆਸਤ ਨੂੰ ਦੇਖਿਆ ਜਾਂਦਾ ਹੈ ਕਿ ਪੰਥਕ ਸਿਆਸਤ ਦੇ ਵਿੱਚ ਇੰਨਾ ਨਿਘਾਰ ਕਿਉਂ ਆਇਆ। ਜਿਵੇਂ ਲਗਾਤਾਰ ਅਕਾਲੀ ਦਲ ਨੂੰ ਇਹ ਕਿਹਾ ਗਿਆ ਕਿ ਜੀ ਆਪਣੀ ਪੰਥਕ ਲੀਹਾਂ ਦੇ ਵੱਲ ਵਾਪਸੀ ਕਰੋ। ਖੈਰ, ਕਾਰਜਕਾਰੀ ਜਥੇਦਾਰ ਸਾਹਿਬ ਤਾਂ ਹੁਣ ਹਟ ਗਏ ਨੇ, ਪਰ ਗੱਲ ਇਹ ਹੈ ਕਿ ਮਾਸਟਰ ਤਾਰਾ ਸਿੰਘ ਤੇ ਨਹਿਰੂ ਪੈਕਟ ਬਾਰੇ ਜਦੋਂ ਚਰਚਾਵਾਂ ਚੱਲਦੀਆਂ, ਅਸੀਂ ਉੱਥੋਂ ਸ਼ੁਰੂਆਤ ਕਰਾਂਗੇ ਸਰਦਾਰ ਸਾਹਿਬ ਕਿ ਆਖਿਰਕਾਰ ਹੈ ਕੀ ਸੀ ਜਿਹਦੀ ਗੱਲ ਤੁਰੀ ਹੈ ਕਿ ਜੀ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀਗੀ, ਕੋਈ ਛੇੜਛਾੜ ਸਰਕਾਰ ਕਰ ਨਹੀਂ ਸਕਦੀ, ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਇੱਥੋਂ ਸਮਝਣਾ ਚਾਹਾਂਗੇ ਥੋੜਾ। ਸੁਖਵਿੰਦਰ ਜੀ, ਪਹਿਲੇ ਤਾਂ ਇਹ ਦੇਖੋ ਕਿ ਜਿਹੜਾ ਇੱਕ ਗੁਰਦੁਆਰੇ ਹਨਗੇ, ਇਹਦੇ ਵਿੱਚ ਕਿਸੇ ਦੇ ਹੋਰ ਦਾ ਦਖਲ ਅੰਦਾਜ਼ੀ ਕਰਨ ਦਾ ਮਤਲਬ ਕੀ ਹੈ। ਸਿੱਖਾਂ ਦੇ ਗੁਰਦੁਆਰੇ ਹਨਗੇ, ਇਹਨਾਂ ਨੇ ਆਪਣੇ ਧਰਮ ਦੇ ਪ੍ਰਚਾਰ ਵਾਸਤੇ, ਆਪਣੇ ਧਰਮ ਨੂੰ ਸਮਝਣ ਵਾਸਤੇ ਇਹਨਾਂ ਨੂੰ ਆਜ਼ਾਦ ਕੀਤਾ ਹੈ। ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਹੋਣਗੀਆਂ, ਕੋਈ ਗੁਰੂ ਸਾਹਿਬਾਨ ਦੇ ਸਮੇਂ ਦੇ ਬਣਾਏ ਹੋਏ ਹਨਗੇ ਗੁਰਦੁਆਰੇ, ਜਿਸ ਤਰ੍ਹਾਂ ਕਿ ਸਾਡਾ ਮਾਨਵਤਾ ਦੇ ਵਾਸਤੇ ਗੁਰੂ ਸਾਹਿਬ ਨੇ ਕੇਂਦਰ ਬਣਾਇਆ ਹੈ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਬਣਾਇਆ ਹੈ। ਇਸ ਤਰ੍ਹਾਂ ਦੇ ਸਾਡੇ ਸਰੋਕਾਰ ਹਨਗੇ। ਇਸ ਦੇ ਵਿੱਚ ਕਿਸੇ ਹੋਰ ਆਦਮੀ ਨੂੰ ਦਖਲ ਕੀ ਲੋੜ ਹੈ ਔਰ ਸਰਕਾਰ ਨੂੰ ਕੀ ਲੋੜ ਹੈ। ਸਰਕਾਰ ਦੇ ਇਸ ਦੇ ਉੱਤੇ ਰਿਟ ਨਹੀਂ ਚੱਲਦੀ। ਇਹ ਜਿਹੜੇ ਧਾਰਮਿਕ ਅਕੀਦੇ ਹੁੰਦੇ ਨੇ, ਇਹ ਸਰਕਾਰਾਂ ਦੇ ਅਧੀਨ ਨਹੀਂ ਹੁੰਦੇ ਤੇ ਨਾ ਹੀ ਸਰਕਾਰਾਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਦਰਜਾ ਜਿਹੜਾ ਹੈ ਉਹ ਸਰਕਾਰ ਤੋਂ ਉੱਤੇ ਹੁੰਦਾ ਹੈ। ਔਰ ਸਰਕਾਰ ਜੋ ਮਰਜ਼ੀ ਆਪਣੇ ਆਪ ਨੂੰ ਸਮਝੀ ਜਾਵੇ, ਹਰ ਪੱਖ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜੀਆਂ ਹਨਗੀਆਂ ਡੈਮੋਕ੍ਰੈਟਿਕ ਲੋਕ ਰਾਜੀ ਸਰਕਾਰਾਂ, ਇਹ ਮਨੁੱਖ ਦੇ ਹਰ ਪੱਖ ਦੇ ਉੱਤੇ, ਆਪਣੇ ਜੀਵਨ ਦੇ ਜਿੰਨੇ ਵੀ ਪੱਖ ਹਨਗੇ ਸਾਰਿਆਂ ਦੇ ਉੱਤੇ ਕੰਟਰੋਲ ਕਰਨ ਦੇ ਕਾਬਿਲ ਨਹੀਂ ਹਨ ਤੇ ਨਾ ਇਹਨਾਂ ਦਾ ਕੰਮ ਹੈ। ਨਾ ਇਹਨਾਂ ਨੂੰ ਸਾਡੇ ਧਰਮ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ, ਨਾ ਇਹਨਾਂ ਨੂੰ ਕਿਸੇ ਹੋਰ ਮੋਰਲਸ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਇਹਨਾਂ ਦਾ ਪੱਖ ਨਹੀਂ। ਇਹ ਅਧਿਆਤਮਵਾਦ ਨਾਲ ਗੱਲਾਂ ਤਾਲੁਕ ਰੱਖਦੀਆਂ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਦੀਆਂ ਤੋਂ ਲੋਕ ਸਮਝਦੇ ਆਏ ਨੇ, ਖਾਸ ਤੌਰ ਤੇ ਸਿੱਖ। ਅਸੀਂ ਜਿੰਨੇ ਵੀ ਪਹਿਲਾਂ ਮੁਗਲਾਂ ਨੇ ਤੇ ਅਫਗਾਨਾਂ ਨੇ, ਸਾਰਿਆਂ ਨੇ ਇਸ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਾਡੇ ਧਰਮ ਦੇ ਅਸੂਲਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ, ਧਰਮ ਦੇ ਸਥਾਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 2 ਵਾਰ ਦਰਬਾਰ ਸਾਹਿਬ ਨੂੰ ਢਾਇਆ ਸੀ। ਤਾਂ ਇਹ ਸਾਰੀਆਂ ਦਾ ਅਸੀਂ ਮੁਕਾਬਲਾ ਕੀਤਾ ਔਰ ਇਹ ਸਾਰੇ ਸੰਸਾਰ ਨੂੰ ਮਨਾਇਆ ਹੈ ਕਿ ਇਹ ਸਾਡਾ ਸੋਵਰਨ ਅਕਾਲ ਪੁਰਖ ਦਾ ਸਥਾਨ ਹੈ। ਇਹਨਾਂ ਦੇ ਉੱਤੇ ਤੁਹਾਡਾ ਕਬਜ਼ਾ ਨਹੀਂ ਹੋ ਸਕਦਾ। ਇਹਨਾਂ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਕਰੋ। ਜੇ ਤੁਸੀਂ ਦਖਲ ਅੰਦਾਜ਼ੀ ਕਰੋਗੇ ਤਾਂ ਇਸ ਦੇ ਬੜੇ ਭਿਆਨਕ ਨਤੀਜੇ ਨਿਕਲਣਗੇ ਔਰ ਇਹ ਉਸ ਸਮੇਂ ਤੋਂ ਭਿਆਨਕ ਨਤੀਜੇ ਨਿਕਲਦੇ ਆਏ ਨੇ। ਮੁਗਲ ਰਾਜ ਨੇ ਬੜਾ ਇਸ ਦਾ ਵਿਰੋਧ ਕੀਤਾ ਤਾਂ ਮੁਗਲ ਰਾਜ ਦੇਖ ਲਓ ਕਿੱਥੇ ਚਲਾ ਗਿਆ ਔਰ ਉਸ ਦੇ ਵਿੱਚ ਜਿਹੜਾ ਮੇਨ ਫੈਕਟਰ ਸੀ ਉਸ ਦੇ ਖਤਮ ਹੋਣ ਦਾ, ਉਹ ਸਿੱਖਾਂ ਦਾ ਫੈਕਟਰ ਵੀ ਇੱਕ ਸੀਗਾ। ਇਸੇ ਤਰ੍ਹਾਂ ਹੀ ਅਹਿਮਦ ਸ਼ਾਹ ਅਬਦਾਲੀ ਨੇ, ਅਫਗਾਨ ਰਾਜ ਚੱਲ ਰਿਹਾ ਸੀ ਇੱਥੇ, ਅਹਿਮਦ ਸ਼ਾਹ ਅਬਦਾਲੀ ਨੇ ਗੁਰਦੁਆਰਿਆਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹ ਸਮਝਦਾ ਸੀ ਕਿ ਇੱਥੋਂ ਲੋਕ ਉੱਠ ਕੇ ਮੇਰਾ ਮੁਕਾਬਲਾ ਕਰਦੇ ਨੇ ਤੇ ਜੇ ਇਹ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਨਹੀਂ ਕਰਨਗੇ
ਤਾਂ ਫਿਰ ਇਹ ਤਾਜ਼ਾ ਨਹੀਂ ਹੋ ਸਕਦੇ ਰੂਹਾਨੀ ਤੌਰ ਦੇ ਉੱਤੇ ਤੇ ਮੈਂ ਇਹਨਾਂ ਨੂੰ ਜਿੱਤ ਲਵਾਂਗਾ। ਉਹ ਗੱਲ ਕਿੱਥੇ ਪਹੁੰਚੀ? ਅਖੀਰ ਉਹ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਦੇ ਉੱਤੇ ਪਹੁੰਚੀ। ਤੇ ਇਸੇ ਤਰ੍ਹਾਂ ਹੀ ਜਦੋਂ 1947 ਤੋਂ ਬਾਅਦ ਇੱਥੋਂ ਦੀ ਸਰਕਾਰ ਨੇ ਆਪਣਾ ਰੋਬ-ਦਾਬ ਕਾਇਮ ਕਰਨ ਵਾਸਤੇ ਇਹ ਨਹੀਂ ਕੀਤਾ ਉਹਨਾਂ ਨੇ ਕਿ ਜਿਹੜੇ ਮਸਲੇ ਸਨ ਪੰਜਾਬ ਦੇ ਅਕਾਲੀ ਦਲ ਨੇ ਉਸ ਤੁਹਾਡੇ ਸਾਹਮਣੇ ਲਿਆਂਦੇ ਸਨ ਉਹਨਾਂ ਦਾ ਕੋਈ ਸਮਾਧਾਨ ਲੱਭਦੇ, ਉਹਨਾਂ ਨੇ ਉਲਟਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਤੇ ਗੁਰਦੁਆਰੇ ਸਾਹਿਬਾਨ ਨੂੰ ਆਪਣੀ ਇੱਕ ਸੋਵਰਨਟੀ ਦੇ ਅੰਡਰ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਵਾਹੀਆਤ ਕੋਸ਼ਿਸ਼ ਹੈ ਕਿਉਂਕਿ ਹਰ ਇੱਕ ਪੱਖ ਹਰ ਇੱਕ ਇੰਚ ਧਰਤੀ ਦਾ ਤੁਹਾਡੇ ਥੱਲੇ ਨਹੀਂ ਹੈ। ਇਹ ਧਰਤੀ ਅਕਾਲ ਪੁਰਖ ਦੀ ਹੈ। ਉਸਨੇ ਕਈ ਕਿਸਮ ਦੇ ਇੱਥੇ ਸਮਾਜ ਬਣਾਏ ਹੋਏ ਨੇ ਔਰ ਉਹਨਾਂ ਸਮਾਜਾਂ ਦਾ ਔਰ ਉਹਨਾਂ ਇੰਡੀਵਿਜੂਅਲ ਦੇ ਵੀ ਹਰ ਪੱਖ ਦੇ ਉੱਤੇ ਸਰਕਾਰ ਹੁਕਮ ਨਹੀਂ ਚਾੜ ਸਕਦੀ। ਅਸੀਂ ਵੀ ਚਾਹੇ ਛੋਟਾ ਹੋਵੇ ਨਿੱਕੇ ਤੋਂ ਨਿੱਕਾ ਇੰਡੀਵਿਜੂਅਲ ਵੀ ਆਪਣੀ ਇੰਡੀਵਿਜੂਅਲਿਟੀ ਰੱਖਦਾ ਹੈ ਔਰ ਉਸ ਨੂੰ ਰੱਖਣ ਦਾ ਹਰ ਇੱਕ ਜਿੰਨੇ ਵੀ ਸੰਸਾਰ ਦੇ ਉੱਤੇ ਇਹ ਪ੍ਰਣਾਲੀਆਂ ਚੱਲ ਰਹੀਆਂ ਰਾਜ ਕਰਨ ਦੀਆਂ ਹਰ ਕਿਸਮ ਦੀ ਰਾਜ ਪ੍ਰਣਾਲੀ ਦੇ ਵਿੱਚ ਉਸ ਨੂੰ ਆਪਣੇ ਉੱਤੇ ਇਹ ਰਾਜ ਕਰਨ ਦਾ ਹੱਕ ਹੈ। ਤਾਂ ਇਹ ਜਿਸ ਵੇਲੇ ਸਲੇਵ ਟ੍ਰੇਡ ਹੁੰਦੀ ਸੀ, ਸਲੇਵ ਦੀ ਪ੍ਰਥਾ ਚੱਲਦੀ ਸੀ, ਗੁਲਾਮ ਪ੍ਰਥਾ ਚੱਲਦੀ ਸੀ, ਉਸ ਵੇਲੇ ਤਾਂ ਇਹ ਗੱਲਾਂ ਜਾਇਜ਼ ਸਨ ਪਰ ਹੁਣ ਇਹ ਠੀਕ ਨਹੀਂ ਹਨ। ਤਾਂ ਇਹ ਸਾਰੀ ਦੀ ਸਾਰੀ ਜਿਹੜੀ ਇਸ ਕਿਸਮ ਦੀ ਕੋਸ਼ਿਸ਼ ਹੈ ਸਰਕਾਰਾਂ ਨੂੰ ਬੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਦੇ ਬਹੁਤ ਭੈੜੇ ਨਤੀਜੇ ਨਿਕਲਣ ਦੀ ਸੰਭਾਵਨਾ ਹੈ। ਜੀ, ਜਿੱਥੇ ਤੱਕ ਨਹਿਰੂ ਤਾਰਾ ਸਿੰਘ ਪੈਕਟ ਦੀ ਗੱਲ ਹੈ ਥੋੜਾ ਉਹ ਵੀ ਸਮਝਾਇਓ ਕਿ ਆਖਿਰਕਾਰ ਉਹਦੇ ਵਿੱਚ ਕਿੰਨਾ ਗੱਲਾਂ ਦੇ ਉੱਤੇ ਸਮਝੌਤਾ ਹੋਇਆ ਸੀ, ਕੀ ਉਹ ਹੋਇਆ ਵੀ ਸੀ ਜਾਂ ਨਹੀਂ ਹੋਇਆ ਸੀ, ਜਾਂ ਉਹਦੇ ਮੌਜੂਦਾ ਸਮੇਂ ਦੇ ਵਿੱਚ ਕਿੰਨਾ ਕੁ ਰੈਲੇਵੈਂਸ ਆ? ਨਹੀਂ ਜੀ, ਉਹ ਤਾਂ ਬੇਸਿਕ ਚੀਜ਼ ਹੈ, ਸ਼ੁਰੂ ਤੋਂ ਚੱਲਿਆ ਆ ਰਿਹਾ ਸੀ। ਪਹਿਲਾਂ ਬਲਦੇਵ ਸਿੰਘ ਸਿਕੰਦਰ ਪੈਕਟ ਹੋਈ ਸੀ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਸਰਕਾਰ ਦਖਲ ਨਹੀਂ ਦੇਗੀ। ਤਾਂ ਪਹਿਲਾਂ ਅਸੀਂ ਤਾਂ ਇਹ ਰਾਈਟ ਸਿਰ ਦੇ ਕੇ ਲਿਆ ਸੀਗਾ, ਬਹੁਤ ਸਾਰਾ ਖੂਨ ਡੋਲ ਕੇ ਲਿਆ ਸੀ। ਜਿੰਨਾ ਸਰੋਵਰ ਦੇ ਵਿੱਚ ਪਾਣੀ ਹੈ ਇੰਨਾ ਅਸੀਂ ਖੂਨ ਉਸ ਸਰੋਵਰ ਨੂੰ ਕਾਇਮ ਰੱਖਣ ਵਾਸਤੇ ਔਰ ਉਸ ਇੰਸਟੀਟਿਊਸ਼ਨ ਨੂੰ ਕਾਇਮ ਰੱਖਣ ਵਾਸਤੇ ਡੋਲ ਚੁੱਕੇ ਹਾਂ। ਸੋ ਇਹ ਤਾਂ ਪਹਿਲਾਂ ਹੀ ਇਹਨਾਂ ਨੇ ਰੱਖਿਆ ਹੋਇਆ ਸੀ ਆਪਣੇ ਹੱਥ ਦੇ ਵਿੱਚ। ਤੇ ਪ੍ਰਤਾਪ ਸਿੰਘ ਕੈਰੋਂ ਨੇ 1958 ਦੇ ਵਿੱਚ ਕੁਝ ਬੇਵਕੂਫੀ ਕਰਕੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਸ ਦੇ ਰਿਐਕਸ਼ਨ ਦੇ ਵਿੱਚ ਮਾਸਟਰ ਜੀ ਨੇ ਬਹੁਤ ਵੱਡਾ ਜਲੂਸ ਕੱਢਣ ਦਾ ਸੋਚਿਆ ਸੀ। ਇਹਨਾਂ ਨੇ ਕਾਰਾਂ ਵਗੈਰਾ ਉਹ ਇਹਨਾਂ ਦਾ ਆਉਣ ਆਵਾਜਾਈ ਦੇ ਸਾਧਨ ਸਾਰੇ ਰੋਕ ਦਿੱਤੇ ਔਰ ਉੱਥੇ ਜਾਣ ਦਿੱਲੀ ਦੇ ਵਿੱਚ ਉਹਨਾਂ ਨੇ ਮੀਟਿੰਗ ਕਰਨੀ, ਇਕੱਠ ਕਰਨਾ ਸੀ, ਜਲੂਸ ਕੱਢਣਾ ਸੀ ਰੋਸ ਦੇ ਵਜੋਂ। ਤੇ ਉਹਨਾਂ ਨੂੰ ਰੋਕ ਲਿਆ ਗਿਆ, ਰਾਹ ਦੇ ਵਿੱਚ ਫੜ ਲਿਆ ਗਿਆ ਤੇ ਅਰੈਸਟ ਕਰ ਲਿਆ ਗਿਆ ਤੇ ਜਲੂਸ ਕੱਢਣ ਦੇ ਉੱਤੇ ਪਾਬੰਦੀ ਲਾ ਦਿੱਤੀ। ਲੇਕਿਨ ਉਸ ਦੇ ਬਾਵਜੂਦ ਲੋਕ ਉੱਥੇ ਬਹੁਤ ਇਕੱਠੇ ਹੋਏ ਤੇ ਉਸ ਤੋਂ ਬਾਅਦ ਇਹ 2 ਮਹੀਨਿਆਂ ਬਾਅਦ ਹੀ ਨਹਿਰੂ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਬੁਲਾਇਆ ਤੇ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਹੋਈ, ਜਿਸ ਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਅੱਜ ਤੋਂ ਬਾਅਦ ਗੁਰਦੁਆਰਿਆਂ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਨਹੀਂ ਕਰੇਗੀ। ਪ੍ਰਤਾਪ ਸਿੰਘ ਕੈਰੋਂ ਨੇ ਜਿਸ ਤਰ੍ਹਾਂ ਦਾ ਉਹ ਹੈਂਕੜਬਾਜ਼ ਸੀਗਾ, ਉਸਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਔਰ ਉਸਨੇ 1960 ਦੇ ਵਿੱਚ ਇੱਕ ਸਾਧ ਸੰਗਤ ਬੋਰਡ ਬਣਾ ਕੇ ਉਸਨੇ ਕਿਹਾ ਜੀ ਅਸੀਂ ਕਾਂਗਰਸ ਦੇ ਤੌਰ ਦੇ ਉੱਤੇ ਇਲੈਕਸ਼ਨ ਨਹੀਂ ਲੜਦੇ, ਲੇਕਿਨ ਸਾਧ ਸੰਗਤ ਬੋਰਡ ਤਾਂ ਲੜ ਸਕਦਾ ਹੈ। ਔਰ ਉਸ ਨੂੰ ਪੂਰਾ ਸਪੋਰਟ ਦੇ ਕੇ ਉਸਨੇ ਇਲੈਕਸ਼ਨ ਦੇ ਵਿੱਚ 1960 ਵਾਲੇ ਇਲੈਕਸ਼ਨ ਦੇ ਵਿੱਚ ਹਿੱਲ ਦਿੱਤਾ ਸੀ। ਤੇ ਉਸ ਦੇ ਵਿੱਚ ਕੀ ਹੋਇਆ ਕਿ 140 ਸੀਟਾਂ ਸਨ ਤਾਂ 136 ਅਕਾਲੀ ਦਲ ਜਿੱਤ ਗਿਆ ਤੇ 4 ਸੀਟਾਂ ਸਿਰਫ ਸਾਧ ਸੰਗਤ ਬੋਰਡ ਨੂੰ ਮਿਲੀਆਂ ਸਨ। ਸੋ ਇਹ ਜਿਹੜਾ ਹੈਗਾ ਇਹ ਉਸ ਵੇਲੇ ਤੋਂ ਸਥਾਪਿਤ ਹੈ ਸਿਧਾਂਤ ਕਿ ਅਕਾਲੀ ਇਸ ਮਸਲੇ ਦੇ ਵਿੱਚ, ਸ਼੍ਰੋਮਣੀ ਕਮੇਟੀ ਦੇ ਮਸਲੇ ਦੇ ਵਿੱਚ, ਗੁਰਦੁਆਰਿਆਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਸੋਧ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਆਪਣੇ ਆਪ ਇਹ ਪ੍ਰਪੋਜ਼ਲ ਨਾ ਭੇਜੇ, ਇਹ ਪ੍ਰਸਤਾਵ ਨਾ ਰੱਖੇ ਕਿ ਜੀ ਆਹ ਫਲਾਣੇ ਸਾਨੂੰ ਮੁਸ਼ਕਲ ਆ ਰਹੀ ਹੈ ਤੇ ਇਸ ਦੇ ਵਿੱਚ ਸੋਧ ਕਰ ਦੇਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਹੀ ਸੋਧਾਂ ਹੁੰਦੀਆਂ ਆਈਆਂ ਨੇ ਤੇ ਅੱਜ ਵੀ ਫਿਰ ਇਸ ਤੋਂ ਇਲਾਵਾ ਦੂਸਰਾ ਪੱਖ ਵੀ ਹੈ ਕਿ ਜਿਹੜੀ ਕਿ ਇੱਥੋਂ ਦੀ ਪੰਜਾਬ ਦੀ ਸਰਕਾਰ ਹੈ ਇਹ ਸੋਧ ਕਰ ਸਕਦੀ ਹੈ। ਇਹਨਾਂ ਨੇ ਸਿਰਫ ਟੇਕ ਰੱਖੀ ਹੋਈ ਹੈ ਇੱਕ ਸੁਪਰੀਮ ਕੋਰਟ ਦੇ ਆਬਜ਼ਰਵੇਸ਼ਨ ਦੇ ਉੱਤੇ ਕਿ ਜੀ ਉਹਨਾਂ ਨੇ
ਹਰਿਆਣੇ ਦੀ ਕਮੇਟੀ ਬਣਾਉਂਦਿਆਂ ਹੋਇਆਂ ਇਹ ਕਿਹਾ ਕਿ ਜੀ ਇਹ ਸਟੇਟ ਦੀ ਐਕਟ ਹੈ ਤੇ ਸਟੇਟਸ ਆਪਣੀ ਮਰਜ਼ੀ ਨਾਲ ਕਰ ਸਕਦੇ ਆ, ਤਾਂ ਇਹ ਇਹਨਾਂ ਦੀ ਗਲਤਫਹਿਮੀ ਹੈ ਕਿ ਜੇ ਇਹਨਾਂ ਨੇ ਇਨੋਸੈਂਟਲੀ ਜਾਂ ਬਿਨਾਂ ਕਿਸੇ ਹੋਰ ਸਾਜ਼ਿਸ਼ ਕੀਤੇ ਦੇ ਇਹ ਕਨਕਲੂਜਨ ਕੱਢਿਆ ਕਿ ਜੀ ਇਹ ਹੋ ਸਕਦਾ ਹੈ, ਤਾਂ ਇਹਨਾਂ ਦਾ ਗਲਤ ਹੈ ਤੇ ਇਹ ਸਟ੍ਰਾਈਕ ਡਾਊਨ ਹੋ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਜਿਸ ਵੇਲੇ ਜਾਏਗਾ। ਤੇ ਜੇ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਦੇ ਨਾਲ ਮਿਲ ਕੇ, ਜਿਹੜੀ ਕਿ ਗੁਰਦੁਆਰੇ ਦੇ ਉੱਤੇ ਪੱਕਾ ਕਬਜ਼ਾ ਕਰਨਾ ਚਾਹੁੰਦੀ ਹੈ, ਤਾਂ ਫਿਰ ਇਹ ਬਹੁਤ ਵੱਡੀ ਸਾਜ਼ਿਸ਼ ਹੈ ਔਰ ਇਹਨਾਂ ਨੂੰ 25 ਧਾਰਾ ਦੇ ਅਧੀਨ ਇਹਨਾਂ ਨੂੰ ਇਸ ਦੇ ਵਿੱਚ ਕੋਈ ਅੜਚਨ ਨਹੀਂ ਆਏਗੀ ਤੇ ਗੁਰਦੁਆਰਿਆਂ ਦੇ ਉੱਤੇ ਉਹ ਸਹਿਜੇ ਹੀ ਕਬਜ਼ਾ ਕਰ ਸਕਦੇ ਨੇ, ਕਿਉਂਕਿ ਉੱਥੇ ਲਿਖਿਆ ਹੋਇਆ 25 ਧਾਰਾ ਦੇ ਵਿੱਚ ਜਿਹੜੇ ਐਕਸਪਲੇਨੇਸ਼ਨ 2 ਦੇ ਥੱਲੇ AB ਵਗੈਰਾ ਹਨਗੇ, ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਿੰਦੂ ਧਰਮ ਦੇ ਜਿਹੜੇ ਇੱਕ ਸੰਸਥਾਨ ਹੋਣਗੇ ਇਸ ਤਰ੍ਹਾਂ ਦੇ ਧਾਰਮਿਕ, ਉਹਨਾਂ ਦੇ ਵਿੱਚ ਸਾਰੇ ਇਹ ਸਰਕਾਰ ਦਖਲ ਦੇ ਕੇ ਰਿਫਾਰਮ ਕਰ ਸਕੇਗੀ। ਤਾਂ ਫਿਰ ਇਹ ਬੜਾ ਗੰਭੀਰ ਮਸਲਾ ਬਣ ਜਾਂਦਾ ਹੈ, ਕਿਉਂਕਿ 25 ਐਕਸਪਲੇਨੇਸ਼ਨ 2 ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਜਿਹੜੇ ਸਿੱਖ ਹਨਗੇ ਇਹ ਹਿੰਦੂ, ਇਹਨਾਂ ਨੂੰ ਬੋਧੀ ਜੈਨੀ ਸਿੱਖਾਂ ਨੂੰ ਹਿੰਦੂ ਸਮਝਿਆ ਜਾਏਗਾ। ਸੋ ਫਿਰ ਬੜਾ ਮਸਲਾ ਗੁੰਝਲਦਾਰ ਬਣ ਜਾਂਦਾ ਹੈ ਔਰ ਇਹ ਇਸ ਵੇਲੇ ਇੱਕ ਬਹੁਤ ਵੱਡੀ ਮੁਸ਼ਕਲ ਪੰਜਾਬ ਦੇ ਸਾਹਮਣੇ ਆ ਜਾਏਗੀ ਔਰ ਦੇਸ਼ ਦੇ ਸਾਹਮਣੇ ਵੀ ਆ ਜਾਏਗੀ, ਕਿਉਂਕਿ ਇਸ ਤਰ੍ਹਾਂ ਨਾਲ ਸਿੱਖਾਂ ਨੇ ਆਪਣੇ ਗੁਰਦੁਆਰੇ ਇਹੋ ਜਿਹੀਆਂ ਸਰਕਾਰਾਂ ਨੂੰ ਸਰੈਂਡਰ ਨਹੀਂ ਕਰਨੇ। ਜੀ, ਜਦੋਂ ਤੱਕ ਸਰਦਾਰ ਸਾਹਿਬ ਗੱਲ ਇਹ ਹੈ ਕਿ ਕੀ ਤੁਸੀਂ ਮੌਜੂਦਾ ਦੌਰ ਦੇ ਵਿੱਚ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ, ਕੀ ਇਹਨੂੰ ਤੁਸੀਂ ਸਿਆਸੀ ਦਖਲਅੰਦਾਜ਼ੀ ਤੋਂ ਵੱਖ ਦੇਖਦੇ ਹੋ? ਕਿ ਇਹਦੇ ਵਿੱਚ ਜਦੋਂ ਅਕਾਲੀ ਦਲ ਨੂੰ ਲੈ ਕੇ ਸਵਾਲ ਉੱਠਦੇ ਨੇ ਕਿ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਦੀ ਨਿਯੁਕਤੀ ਕਿਵੇਂ ਹੁੰਦੀ ਹੈ, ਮੌਜੂਦਾ ਸਮੇਂ 'ਚ ਜਿਵੇਂ ਜਥੇਦਾਰ ਦੀ ਨਿਯੁਕਤੀ ਹੋਈ ਹੈ ਇਹ ਕਿਵੇਂ ਹੋਈ, ਜਾਂ ਪਿਛਲੇ ਸਮੇਂ ਜੋ ਕੁਝ ਹੁੰਦਾ ਰਿਹਾ, ਕੀ ਇਹ ਸਾਰਾ ਕੁਝ ਸਿਆਸਤ ਤੋਂ ਪ੍ਰਣਾਇਆ ਨਹੀਂ, ਸਿਆਸਤ ਤੋਂ ਪ੍ਰੇਰਿਤ ਨਹੀਂ, ਜਾਂ ਇਹਦੇ ਵਿੱਚ ਸਿਆਸਤ ਨਹੀਂ ਨਜ਼ਰ ਆਉਂਦੀ? ਤੇ ਅਕਾਲੀ ਦਲ ਨੂੰ ਲੈ ਕੇ ਜੇ ਮੌਜੂਦਾ ਸਮੇਂ 'ਚ ਹੁਣ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਕੁਝ ਕਰੇਗੀ, ਸਾਡੇ ਵੱਲੋਂ ਜੇ ਕੈਮਰੇ ਜਾਂ ਕਿਸੇ ਵੀ ਢੰਗ ਦਾ ਸਹਿਯੋਗ ਚਾਹੀਦਾ, ਗੁਰਬਾਣੀ ਦੇ ਪ੍ਰਸਾਰਣ ਨੂੰ ਹਰ ਚੈਨਲ ਨੂੰ ਹਰ ਉਹ ਥਾਂ ਤੇ ਰੇਡੀਓ ਜਾਂ ਸੋਸ਼ਲ ਮੀਡੀਆ ਜਿੱਥੇ ਵੀ ਕੋਈ ਪ੍ਰਚਾਰ ਕਰਨਾ ਚਾਹੁੰਦਾ ਉਹ ਖੁੱਲੇ ਤੌਰ ਉੱਤੇ ਕਰ ਸਕਦਾ ਆ, ਤਾਂ ਇਹਨੂੰ ਮਤਲਬ ਕਿ ਵੱਖ-ਵੱਖ ਥਾਂ ਦੇ ਉੱਤੇ ਕਿਵੇਂ ਦੇਖਿਆ ਜਾਵੇ? ਉਹ ਕਹਿੰਦੇ ਕਿ ਅਸੀਂ ਸਿਆਸੀ ਦਖਲਅੰਦਾਜ਼ੀ ਨਹੀਂ ਕਰ ਰਹੇ, ਉਹ ਕਹਿੰਦੇ ਮੌਜੂਦਾ ਦੌਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਆਲਰੇਡੀ ਪਹਿਲਾਂ ਤੋਂ ਹੀ ਜਿਹੜੀ ਆ ਉਹ ਸਿਆਸੀ ਗਲਬੇ ਦੇ ਹੇਠ ਆਈ ਹੋਈ ਹੈ, ਜਿਹਦੇ ਸਿਰਮੌਰ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਨੇ ਜਾਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਜਾਂ ਇਹ ਸਾਰਾ ਕੁਝ ਹੈ, ਇਹ ਇਲਜ਼ਾਮ ਉੱਠਦੇ ਨੇ। ਇਹ ਜਿਹੜਾ ਇਲਜ਼ਾਮ ਸਰਕਾਰ ਵੱਲੋਂ ਲਾਇਆ ਜਾ ਰਿਹਾ ਹੈ ਇਹ ਠੀਕ ਹੈ, ਕਿਉਂਕਿ ਉਹ ਵੀ ਸਿਆਸੀ ਲੋਕ ਸਨ ਨਾ ਅਕਾਲੀ ਦਲ ਵਾਲੇ, ਜਿਨ੍ਹਾਂ ਨੇ ਇੱਥੇ ਸਰਕਾਰ ਬਣਾਈ ਸੀ, ਤੇ ਉਹ ਸਿੱਧਾ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨਾਂ ਦੀ ਮਰਜ਼ੀ ਦੇ ਨਾਲ ਬਣਦਾ ਸੀ। ਸ਼੍ਰੋਮਣੀ ਕਮੇਟੀ ਦੇ ਜਿੰਨੇ ਮੈਂਬਰ ਚੁਣੇ ਗਏ ਨੇ ਸਾਰਿਆਂ ਨੂੰ ਟਿਕਟਾਂ ਇਹਨਾਂ ਨੇ ਦਿੱਤੀਆਂ ਨੇ, ਤੇ ਜਿਹੜਾ ਵੀ ਕੁਝ ਉੱਥੇ ਕਾਰਵਾਈ ਹੁੰਦੀ ਸੀ ਉਸ ਦੇ ਉੱਤੇ ਇਹਨਾਂ ਦੀ ਨਿਗਾਹ ਰਹਿੰਦੀ ਸੀ, ਔਰ ਇਹ ਆਪਣੇ ਬੰਦੇ ਵੀ ਉੱਥੇ ਇਹਨਾਂ ਨੇ ਪਾਏ ਹੋਏ ਸਨ ਜਿਹੜੇ ਕਿ ਕਈ ਸਾਰੇ ਕੰਮ ਜਿਹੜੇ ਲੇਖਾ ਵਗੈਰਾ ਲੇਖਾ ਕਰਨ ਦੇ ਹੁੰਦੇ ਨੇ ਉਹ ਕਰਦੇ ਸਨ, ਤਨਖਾਹ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਸਨ। ਜਥੇਦਾਰ ਜਿਹੜਾ ਅਕਾਲ ਤਖਤ ਜਿਸ ਨੂੰ ਇਹ ਕਹਿੰਦੇ ਨੇ ਕਿ ਜੀ ਬਹੁਤ ਇੰਡੀਪੈਂਡੈਂਟ ਤੇ ਸਾਰੇ ਪੰਥ ਦਾ ਸਤਿਕਾਰਯੋਗ ਹੈ, ਉਹ ਵੀ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲਦਾ ਸੀ, ਔਰ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਸੀ, ਜਿਵੇਂ ਸੌਦਾ ਸਾਧ ਨੂੰ ਮੁਆਫੀ ਦਿਵਾਉਣੀ ਸੀ, ਤਾਂ ਉਹ ਜਥੇਦਾਰਾਂ ਨੂੰ ਸਾਰਿਆਂ ਨੂੰ, ਜਿਨ੍ਹਾਂ ਨੂੰ ਇਹ ਕਹਿੰਦੇ ਨੇ ਕਿ ਸਾਰੇ ਪੰਥ ਦੇ ਉੱਤੇ ਸੁਪਰੀਮ ਹੋਣਗੇ, ਉਹਨਾਂ ਨੂੰ ਆਪਣੇ ਕੋਲੇ ਬੁਲਾ ਕੇ ਆਪਣੇ ਘਰ ਦੇ ਵਿੱਚ ਆਪਣੀ ਕੋਠੀ ਦੇ ਵਿੱਚ, ਸਰਕਾਰੀ ਕੋਠੀ ਦੇ ਵਿੱਚ ਇਹਨਾਂ ਨੇ ਹੁਕਮ ਕੀਤਾ ਵੀ ਤੁਸੀਂ ਆਹ ਮੁਆਫੀ ਉਸ ਨੂੰ ਦੇ ਦਿਓ ਜਿਹੜੀ ਕਿ ਉਸਨੇ ਮੰਗੀ ਨਹੀਂ, ਔਰ ਲੋਕ ਬੜੇ ਕੰਪਲੀਕੇਸ਼ਨਸ ਆਪਾਂ ਉਹ ਸਾਰੇ ਆਪਣੇ ਸਾਹਮਣੇ ਦੇਖੇ ਨੇ। ਇਹ ਜੇ ਫਰਜ਼ ਕਰੋ ਇਹ ਗੱਲ ਨਾ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਆਪਣੇ ਆਜ਼ਾਦਾਨਾ ਤੌਰ ਦੇ ਉੱਤੇ ਆਪਣੇ ਫੈਸਲੇ ਕਰਦੀ, ਤਾਂ ਕਿਸੇ ਹੋਰ ਤਰ੍ਹਾਂ ਦੇ ਨਾਲ ਇਹ ਸਾਰਾ ਜਿਹੜਾ ਅੱਜ ਦਾ ਮਾਹੌਲ ਹੈ ਹੋਰ ਤਰ੍ਹਾਂ ਹੋਣਾ ਸੀ। ਹੁਣ ਇਹਨਾਂ ਨੂੰ ਚਾਹੀਦਾ ਸੀਗਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦਾਨਾ ਤੌਰ ਦੇ ਉੱਤੇ ਫੰਕਸ਼ਨ ਕਰਨ ਦੇਣ। ਅੱਜ ਵੀ ਇਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਗਲਬੇ ਨੂੰ ਹਟਾ ਲੈਣ ਇਸ ਕਮੇਟੀ ਦੇ ਉੱਤੋਂ,
ਇਸ ਨੂੰ ਇਹਨਾਂ ਨੇ ਆਰਾ ਮਾਰ ਕੇ, ਉਹ ਜਿਵੇਂ ਆਪਣੇ ਪੁਰਾਣੇ ਬਲਦਾਂ ਦੇ ਆਰਾ ਮਾਰਦੇ ਸਨ, ਉਸ ਹਿਸਾਬ ਨਾਲ ਇਹਨਾਂ ਨੇ ਆਰਾ ਮਾਰ ਕੇ ਇਹਨਾਂ ਨੂੰ ਇਹਨਾਂ ਕੋਲੋਂ ਕਿਤਾਬਾਂ ਛਪਾਈਆਂ ਨੇ ਜਿਹੜੀਆਂ ਕਿ ਸਿੱਖ ਧਰਮ ਦੇ ਬਰਖਲਾਫ ਜਾਂਦੀਆਂ ਨੇ, ਜਿਹੜੀਆਂ ਕਿ ਸਿੱਖ ਧਰਮ ਦਾ ਕਾਫੀ ਹਾਨੀ ਕਰ ਰਹੀਆਂ ਨੇ। ਜਿਵੇਂ ਸਿੱਖ ਇਤਿਹਾਸ ਕਿਤਾਬ ਹੈ, ਇਹਨਾਂ ਦੀ ਹਿੰਦੀ ਦੇ ਵਿੱਚ ਛਪਾਈ ਹੋਈ, ਇਹਨਾਂ ਦੇ ਇੱਕ ਸਿਆਸੀ ਦਖਲ ਅੰਦਾਜ਼ੀ ਦੇ ਨਾਲ ਹੀ ਉਹ ਛਪੀ ਹੈ। ਇਸ ਤਰ੍ਹਾਂ ਹੀ ਜਿਹੜੀ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਹੈ, ਜਿਹੜੀ ਕਿ ਸਾਡੇ ਜਿਹੜੇ ਸਿੰਘ ਸਭੀ ਸਨ ਉਹਨਾਂ ਨੇ ਰੱਦ ਕਰ ਦਿੱਤੀ ਸੀ, ਔਰ ਇਸ ਦੀ ਸਾਰੀ ਜਿਹੜੀ ਕਥਾ ਵਗੈਰਾ ਹੈ ਗੁਰਦੁਆਰਿਆਂ ਦੇ ਵਿੱਚੋਂ ਬੈਨ ਕਰ ਦਿੱਤੀ ਸੀ, ਉਸ ਨੂੰ ਇਹਨਾਂ ਨੇ ਦੁਬਾਰੇ ਰਿਵਾਈਵ ਕਰਵਾਇਆ। ਕਈ ਸਾਰੇ ਮਸਲੇ ਆਣਗੇ ਜਿਹੜੇ ਕਿ ਇਹਨਾਂ ਦੀ ਦਖਲਅੰਦਾਜ਼ੀ ਦੇ ਨਾਲ ਹੋਏ ਨੇ। ਔਰ ਜੇ ਕਹੀਏ ਕਿ ਇਹਨਾਂ ਨੇ ਸਹਿਬਨ ਕਰ ਦਿੱਤੇ ਤਾਂ ਇਹ ਗੱਲ ਨਹੀਂ ਕਹੀ ਜਾ ਸਕਦੀ। ਇਹ ਜ਼ਾਹਰ ਹੈ ਕਿ ਇਹਨਾਂ ਨੇ ਸਿੱਖ ਧਰਮ ਦਾ ਨੁਕਸਾਨ ਕਰਨ ਵਾਸਤੇ ਇਹ ਸਾਰੇ ਜਿਹੜੇ ਕਰਵਾਏ ਨੇ, ਕਿਉਂਕਿ ਜੇ ਫਰਜ਼ ਕਰੋ ਇਹ ਇੱਕ ਸਿਰਫ ਇਹੀ ਹੁੰਦਾ ਕਿ ਇੱਕ ਸਮੁਦਾਇ ਹੈ ਜਿਹਦੇ ਨਾਲ ਸਾਡਾ ਸਮਝੌਤਾ ਹੋ ਜਾਣਾ ਚਾਹੀਦਾ, ਇਸ ਕਰਕੇ ਅਸੀਂ ਉਹਨੂੰ ਮੁਆਫੀ ਦਵਾ ਰਹੇ ਹਾਂ, ਤਾਂ ਫਿਰ 96 ਲੱਖ ਦੇ ਇਸ਼ਤਿਹਾਰ ਨਹੀਂ ਸੀ ਦਿੱਤੇ ਜਾਣੇ ਇਹ ਕਹਿਣ ਵਾਸਤੇ ਕਿ ਮੁਆਫੀ ਜਾਇਜ਼ ਹੈ, ਤੇ ਫਿਰ ਉਸ ਨੂੰ ਰੱਦ ਕਰਨ ਦੀ ਨੌਬਤ ਨਹੀਂ ਸੀ ਪਹੁੰਚਣੀ। ਸੋ ਇਹ ਬੜੇ ਸਾਰੇ ਸਵਾਲ ਹਨਗੇ ਸੁਖਵਿੰਦਰ ਜੀ, ਹੁਣ ਇਸ ਦਾ ਖਮਿਆਜਾ ਇਹ ਭੁਗਤ ਚੁੱਕੇ ਨੇ, ਲੇਕਿਨ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜਾ ਦਖਲਅੰਦਾਜ਼ੀ ਹੈ ਇਸ ਨੂੰ ਤਿਆਗਣਾ ਚਾਹੀਦਾ ਹੈ, ਔਰ ਇਸ ਤਰ੍ਹਾਂ ਦਾ ਸਿਸਟਮ ਬਣਾਉਣਾ ਚਾਹੀਦਾ ਹੈ ਜਿਸ ਦੇ ਵਿੱਚ ਇਹ ਜਿਹੜਾ ਆਦਮੀ ਇਸ ਦੇ ਵਿੱਚ SGPC ਦੇ ਵਿੱਚ ਖੜਾ ਹੁੰਦਾ ਹੈ, ਉਹ ਫਿਰ ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਨਾ ਆ ਸਕੇ ਤੇ ਸਿਆਸਤ ਤੋਂ ਬਾਹਰ ਰਹੇ। ਇਸ ਤਰ੍ਹਾਂ ਦਾ ਇੰਤਜ਼ਾਮ ਜਦੋਂ ਕਰ ਲੈਣਗੇ, ਇਹ ਸਿੱਖਾਂ ਦਾ ਇੰਟਰਨਲ ਮੈਟਰ ਹੈ, ਸਿੱਖਾਂ ਨੂੰ ਕਰ ਲੈਣਾ ਚਾਹੀਦਾ ਹੈ। ਲੇਕਿਨ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਕਹਾਉਂਦੇ ਨੇ, ਇਹਨਾਂ ਦੀ ਖਾਸ ਜ਼ਿੰਮੇਵਾਰੀ ਹੈ ਕਿ ਇਹ ਇਹੋ ਜਿਹਾ ਸਿਸਟਮ ਸਾਨੂੰ ਬਣਾ ਕੇ ਦੇਣ ਜਿਸ ਤਰ੍ਹਾਂ ਦਾ ਹੁਣ ਤੱਕ ਚੱਲਦਾ ਆ ਰਿਹਾ ਸੀ, 1947 ਤੋਂ ਪਹਿਲਾਂ ਚੱਲਦਾ ਆ ਰਿਹਾ ਸੀ। ਇਹ ਅਜੇ ਤਾਂ ਹੀ ਦੇਖਾਂਗੇ ਹੁਣ ਕੀ ਕਰਦੇ ਨੇ। ਜੀ, ਜਿੱਥੋਂ ਤੱਕ ਸਰਦਾਰ ਸਾਹਿਬ ਗੱਲ ਇਹ ਹੈ ਕਿ 26 ਜੂਨ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਕਹਿ ਲਓ ਕਿ ਉਹ ਸੱਦੀ ਹੋਈ ਹੈ, ਉਹਦੇ ਵਿੱਚ ਸ਼ਾਇਦ ਜਨਰਲ ਇਜਲਾਸ ਹੈ, ਉਹਦੇ ਵਿੱਚ ਚਰਚਾ ਹੋਣੀ ਹੈ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਲੈ ਕੇ ਆ ਰਹੀ ਹੈ ਜਾਂ ਨਹੀਂ ਲੈ ਕੇ ਆ ਰਹੀ। ਕੁਝ ਖਬਰਾਂ ਅੰਦਰ ਦੀ ਸ਼ਾਇਦ ਇਹ ਆਪਣਾ ਚੈਨਲ ਲੈ ਕੇ ਆ ਰਹੇ ਨੇ, ਪਰ ਜਿੱਥੋਂ ਤੱਕ ਸਰਕਾਰ ਨੇ ਕਿਹਾ ਕਿ ਫ੍ਰੀ ਟੂ 에ਅਰ ਹੋਣਾ ਚਾਹੀਦਾ ਹੈ, ਇਹ ਆਪਣੇ ਤੌਰ ਤੇ ਲਿੰਕ ਦੇਣ, ਤੇ ਕੀ ਮਤਲਬ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਸਮਝੀਏ ਕਿ ਇਹ ਕੋਈ ਖਤਰੇ ਦੀ ਘੰਟੀ ਆ ਕਿ ਜੇ ਅੱਜ ਮਤਾ ਪਾਸ ਹੁੰਦਾ ਜਾਂ ਫਿਰ ਕੱਲ ਨੂੰ ਗੁਰਬਾਣੀ ਔਨ 에ਅਰ ਨੂੰ ਲੈ ਕੇ ਸਾਰਿਆਂ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਤਾਂ ਉਹਦਾ ਪ੍ਰਸਾਰਣ ਕਿਸ ਢੰਗ ਦੇ ਨਾਲ ਹੋਏਗਾ ਜਾਂ ਕਿਹੜੇ ਚੈਨਲ ਤੇ ਕੀ ਚੱਲਦਾ ਹੋਏਗਾ, ਇਹਦੀ ਸ਼ੋਰਟੀ ਕੌਣ ਦੇਵੇਗਾ ਕਿ ਕਿਵੇਂ ਗੁਰਬਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇਗਾ, ਜਾਂ ਹੋਰ ਬਹੁਤ ਸਾਰੇ ਇਹਦੇ ਨਾਲ ਜੁੜਦੇ ਸਵਾਲ ਖੜੇ ਹੋ ਜਾਂਦੇ ਨੇ। ਫਿਰ ਇਹ ਤੁਹਾਡੀਆਂ ਗੱਲਾਂ ਸਾਰੀਆਂ ਠੀਕ ਹੋਣਗੀਆਂ। ਗੁਰਬਾਣੀ ਦੀ ਪਵਿੱਤਰਤਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਆਂਚ ਨਹੀਂ ਆ ਸਕਦੀ, ਔਰ ਉਸ ਨੂੰ ਉਸ ਦਾ ਜਿਹੜਾ ਕੋਡ ਆਫ ਕੰਡਕਟ ਹੈ ਉਹ ਉਸ ਨੂੰ ਲਾਗੂ ਕਰਨਾ ਪਏਗਾ। ਇਹਨਾਂ ਨੇ ਕੁਝ ਸਿਸਟਮ ਬਣਾਇਆ ਹੋਏਗਾ, ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਸੀ ਕਿ ਫਲਾਣੇ ਚੈਨਲ ਨੂੰ, ਹਰ ਇੱਕ ਚੈਨਲ ਨੂੰ ਦਿੱਤਾ ਜਾਵੇ, ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਕਿ ਇਸ ਤਰ੍ਹਾਂ ਮਿਸਯੂਜ਼ ਨਹੀਂ ਕਰਨਗੇ ਆਪਣੇ ਪ੍ਰਚਾਰ ਵਾਸਤੇ ਨਹੀਂ। ਲੇਕਿਨ ਆਪਣੇ ਪ੍ਰਚਾਰ ਵਾਸਤੇ ਤਾਂ ਇਹ ਵਰਤਿਆ ਹੀ ਜਾਏਗਾ। ਜਦੋਂ ਤੁਸੀਂ ਗੁਰਬਾਣੀ ਦਾ ਚੈਨਲ ਤੁਹਾਡੇ ਕੋਲ ਹੋਏਗਾ ਤੇ ਲੋਕ ਸੁਣਨਗੇ ਤਾਂ ਉਹ ਨੈਚੁਰਲੀ ਉਹਨਾਂ ਦੀ ਸਿੰਪਥੀ ਤੁਹਾਡੇ ਨਾਲ ਹੋਏਗੀ। ਲੇਕਿਨ ਇਸ ਤੋਂ ਇਲਾਵਾ ਕੋਈ ਬਹੁਤੀ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ। ਫ੍ਰੀ ਹੋ ਜਾਏਗਾ, ਸ਼੍ਰੋਮਣੀ ਕਮੇਟੀ ਕਰੇਗੀ, ਕਰਨਾ ਚਾਹੀਦਾ ਉਹਨਾਂ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਜੇ ਉਹ ਫ੍ਰੀ ਕਰ ਦੇਗੀ ਤਾਂ ਇਹ ਇੱਕ ਚੰਗੀ ਸ਼ੁਰੂਆਤ ਹੋਏਗੀ, ਔਰ ਸਾਰੇ ਸਿੱਖ ਸਾਰੇ ਸੰਸਾਰ ਦੇ ਵਿੱਚ ਜਿਵੇਂ ਕੈਲੰਡਰ ਬਣਨ ਦੇ ਉੱਤੇ ਖੁਸ਼ ਹੋਏ ਸੀ, ਉਸੇ ਤਰ੍ਹਾਂ ਹੀ ਇਹ ਦੁਬਾਰੇ ਉਹਨਾਂ ਨੂੰ ਇੱਕ ਖੁਸ਼ੀ ਦਾ ਮੌਕਾ ਮਿਲੇਗਾ, ਜਿਹੜਾ ਕਿ ਇਸ ਜ਼ਮਾਨੇ ਦੇ ਵਿੱਚ ਬਹੁਤ ਘੱਟ ਸਿੱਖਾਂ ਨੂੰ ਮਿਲ ਰਿਹਾ ਹੈ। ਹਰ ਪਾਸੇ ਦੁੱਖ ਹੀ ਦੁੱਖ ਦਿਖਾਈ ਦਿੰਦੇ ਨੇ ਤੇ ਇਹ ਕਿਸੇ ਪਾਸੇ ਸੁੱਖ ਦਾ ਸਾਹ ਆਏਗਾ। ਇਹ ਚੰਗੀ ਗੱਲ ਹੈ ਜੇ ਇਹ ਕਰ ਸਕਣ ਤਾਂ ਇਸ ਦੇ ਨਾਲ ਬਹੁਤ ਰਾਹਤ ਹਰ ਕਿਸਮ ਦੇ ਸਿੱਖਾਂ ਨੂੰ ਮਿਲੇਗੀ। ਬਿਲਕੁਲ, ਮੇਰੀ ਨਿੱਜੀ ਰਾਏ ਥੋੜੀ ਜਿਹੀ ਮੈਨੂੰ ਏਦਾਂ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਗੁਰਬਾਣੀ ਦਾ ਪ੍ਰਸਾਰਣ ਸਾਰੇ ਗੁਰਬਾਣੀ ਚੈਨਲਾਂ ਦੇ ਉੱਤੇ ਹੀ ਹੋਣਾ ਚਾਹੀਦਾ ਹੈ ਜਾਂ ਧਾਰਮਿਕ ਚੈਨਲਾਂ ਦੇ ਉੱਤੇ ਹੋਣਾ ਚਾਹੀਦਾ। ਉਹਦੇ ਉੱਤੇ ਦਿਨ ਭਰ ਹੋਰ ਵੀ ਜੋ ਕੁਝ ਚੱਲਦਾ ਰਹੇ, ਨਾਲੋਂ ਨਾਲ ਗੁਰਬਾਣੀ ਦਾ ਪ੍ਰਸਾਰਣ ਉੱਥੋਂ ਹੁੰਦਾ ਰਹੇ। ਜੇ ਨਾਰਮਲ ਜਿਹੜੇ ਚੈਨਲ ਨੇ ਜਿਨ੍ਹਾਂ ਤੇ ਕੁਝ ਅਸ਼ਲੀਲ ਐਡਸ ਜਾਂ ਜਿਹੜੀਆਂ ਮਤਲਬ ਕਿ ਇਤਰਾਜ਼ਯੋਗ ਐਡ ਜਿਹਨਾਂ ਨੂੰ ਕਹਿ ਸਕਦੇ ਆ, ਇਹੋ ਜਿਹੇ ਜਦੋਂ ਚੱਲਦੀਆਂ ਨੇ ਤਾਂ ਫਿਰ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਭਾਵੇਂ ਪੰਜਾਬ ਸਰਕਾਰ ਨੇ ਕਿਹਾ ਕਿ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚੋਂ ਕੁਝ ਵੀ ਇਹੋ ਜਿਹੀ ਐਡ ਜਿਹੜੀ ਹੈ ਨਹੀਂ ਚੱਲਣੀ ਚਾਹੀਦੀ, ਪਰ ਫਿਰ ਵੀ ਉਹ ਇੱਕ ਗੁਰਬਾਣੀ ਦਾ ਸੈੱਟ ਗੁਰਬਾਣੀ ਤੱਕ ਹੀ ਸੀਮਤ ਰਹਿਣਾ ਚਾਹੀਦਾ ਕਿ ਉਸ
ਚੈਨਲ ਤੋਂ ਸਿਰਫ ਗੁਰਬਾਣੀ ਦਾ ਹੀ ਪ੍ਰਸਾਰਣ ਹੋਏਗਾ ਜਾਂ ਫਿਰ ਧਾਰਮਿਕ ਜਿਹੜੇ ਧਰਮ ਸਥਾਨਾਂ ਨੂੰ ਲੈ ਕੇ ਜਿਹੜੀ ਗੱਲਬਾਤ ਹੁੰਦੀ ਹੈ ਕਿ ਉਹਨਾਂ ਦੇ ਪ੍ਰਸਾਰਣ ਉਹ ਜਾਂ ਕੁਝ ਹੋ ਸਕਦਾ ਜੇ ਕਿ ਵੱਖੋ ਵੱਖਰੇ ਥਾਂ ਤੇ ਇਹਨੂੰ ਵੰਡਿਆ ਜਾਵੇ ਤਾਂ ਜੇ ਇਸ ਪਾਸੇ ਵੱਲ ਸੋਚ ਸਕਣ। ਜਿੱਥੇ ਤੱਕ ਸਵਾਲ ਸਰਦਾਰ ਸਾਹਿਬ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਜਾਂ ਉਦੋਂ ਬਾਹਰ ਜਿਵੇਂ ਦੀਆਂ ਚਰਚਾਵਾਂ ਚੱਲੀਆਂ, ਕਹਿੰਦੇ ਜੀ ਮਸੰਦਾਂ ਤੋਂ ਕਬਜ਼ਾ ਛਡਾਉਣਾ ਆ। ਹਾਲਾਂਕਿ ਧਾਮੀ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮਸੰਦਾਂ ਦਾ ਇਤਿਹਾਸ ਬਹੁਤ ਮਤਲਬ ਕਿ ਵਿਸ਼ਾਲ ਆ, ਉਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਕੀ ਕੁਝ ਵਾਪਰਿਆ। ਪਰ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਇਹ ਜ਼ਿਕਰ ਆਉਂਦਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ ਭਵਿੱਖ ਨੂੰ ਲੈ ਕੇ ਬੜੀਆਂ ਚਿੰਤਾਵਾਂ ਹੁੰਦੀਆਂ ਸੀ ਜਦੋਂ ਇਹਦਾ ਗਠਨ ਹੋਇਆ ਕਿ ਠੀਕ ਹੈ ਜੀ ਅਸੀਂ ਮਸੰਦਾਂ ਨੂੰ ਤਾਂ ਕੱਢ ਦਿੱਤਾ ਪਰ ਜਿਹੜੇ ਚੁਣੇ ਹੋਏ ਮਸੰਦ ਨੇ ਅਸੀਂ ਉਹਨਾਂ ਦਾ ਕੀ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਦੌਰ ਦੇ ਵਿੱਚ? ਦੇਖੋ, ਇਹ ਤਾਂ ਜਿਹੜੇ ਆਪਾਂ ਸਿੱਖ ਲੋਕ ਆ ਆਪਣੀ ਅਣਗਹਿਲੀ ਹੈ। ਅਸੀਂ ਵੋਟਾਂ ਨਹੀਂ ਬਣਾਉਂਦੇ। ਜਿਹੜਾ ਵੋਟਾਂ ਬਣਾਉਣ ਦਾ ਸਿਸਟਮ ਹੈ ਉਹ ਇੱਥੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਆ, ਕਾਲੇ ਲੋਕ ਵੋਟਾਂ ਨਹੀਂ ਬਣਾਉਂਦੇ ਤੇ ਜਿਹੜੇ ਦੂਸਰੇ ਹਨਗੇ ਮਾਈਨੋਰਿਟੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਉੱਤੇ ਰਾਜ ਕਰੀ ਜਾਂਦੇ ਨੇ। ਇਹ ਜਿਸ ਤਰ੍ਹਾਂ ਵੋਟਾਂ ਇੱਥੇ ਬਣਦੀਆਂ ਨੇ ਇਸ ਦੀਆਂ ਦੂਸਰੀਆਂ ਵੋਟਾਂ ਆਪਣੀਆਂ ਜਿਹੜੇ ਆਮ ਚੋਣਾਂ ਦੇ ਵਿੱਚ ਬਣਦੀਆਂ ਨੇ, ਜੇ ਉਸੇ ਲਿਸਟ ਨੂੰ ਮਨਜ਼ੂਰ ਕਰ ਲਿਆ ਜਾਵੇ ਔਰ ਉਹਦੇ ਵਿੱਚੋਂ ਜਿਹੜੇ ਸਿੱਖ ਵੋਟਰ ਹੋਣਗੇ ਉਹਨਾਂ ਨੂੰ ਗੁਰਦੁਆਰਾ ਵੋਟ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲ ਜਾਏ ਤਾਂ ਇਹ ਇੱਕ ਮਾਮੂਲੀ ਜੀ ਗੱਲ ਹੈ ਜਿਹੜੀ ਕਿ ਕਿਸੇ ਨੇ ਸਾਰੇ ਮੇਰੇ ਖਿਆਲ ਸਾਰੇ ਸਿਆਸਤਦਾਨਾਂ ਨੇ, ਸਾਡੇ ਆਗੂਆਂ ਨੇ ਸੋਚੀ ਹੋਏਗੀ ਔਰ ਇਸ ਨੂੰ ਲਾਗੂ ਕਰਵਾ ਲੈਣ ਤਾਂ ਇਹ ਸਾਰੇ ਮਸਲੇ ਮੁੱਕ ਜਾਂਦੇ ਨੇ। ਜਦੋਂ ਇਹ ਕਰਦੇ ਨੇ ਕਿ ਟਿਕਟਾਂ ਆਪ ਦਿੰਦੇ ਨੇ, ਫਿਰ ਵੋਟਾਂ ਆਪ ਬਣਾਉਂਦੇ ਨੇ ਤੇ ਵੋਟਾਂ ਬਣਾ ਕੇ ਜੋ ਕਾਨੂੰਨ ਹੈ ਵੋਟ ਬਣਨ ਦਾ, ਉਹ ਕਾਨੂੰਨ ਇਹ ਹੈ ਕਿ ਇੰਡੀਵਿਜੂਅਲ ਜਾਏਗਾ ਆਪਣੇ ਪਰਚਾ ਦਾਖਲ ਕਰੇਗਾ ਕਿ ਜੀ ਮੈਂ ਵੋਟ ਬਣਾਉਣ ਦਾ ਹੱਕਦਾਰ ਹਾਂ, ਮੈਂ ਦੱਸੇਗਾ ਵੀ ਮੈਂ ਸਿੱਖ ਹਾਂ, ਮੈਂ ਕੇਸਾਂ ਦੀ ਬੇਅਦਬੀ ਨਹੀਂ ਕਰਦਾ, ਤੰਬਾਕੂ ਆਦਿ ਦਾ ਸੇਵਨ ਨਹੀਂ ਕਰਦਾ ਤੇ 5 ਬਾਣੀਆਂ ਦਾ ਪਾਠ ਕਰਦਾ ਜਾਂ ਕਮ ਸੇ ਕਮ ਮੈਨੂੰ ਮੂਲ ਮੰਤਰ ਦਾ ਪਾਠ ਆਉਂਦਾ। ਇਹ ਸਾਰਾ ਕੁਝ ਕਰੇਗਾ। ਲੇਕਿਨ ਇਹਨਾਂ ਨੇ ਕੀ ਕੀਤਾ ਪਿਛਲੇ ਦਿਨਾਂ ਦੇ ਵਿੱਚ, ਜਿਨ੍ਹਾਂ ਨੇ ਸਰਕਾਰੀ ਦਖਲਅੰਦਾਜ਼ੀ ਕੀਤੀ ਹੈ, ਇਹ ਕਈ ਲੋਕਾਂ ਨੂੰ ਸ਼ਾਇਦ ਅਜੇ ਤਾਈਂ ਬਹੁਤਾ ਕਲੀਅਰ ਨਾ ਹੋਵੇ। ਇਹਨਾਂ ਨੇ ਜਿਹੜੀ ਇੱਥੇ ਜੁਡੀਸ਼ੀਅਲ ਕਮਿਸ਼ਨ ਸੀ ਉਹਨਾਂ ਦੀ ਕਿਸੇ ਤਰ੍ਹਾਂ ਨਾਲ ਸਹਿਮਤੀ ਲੈ ਕੇ ਤੇ SDM ਨੂੰ ਲਿਸਟਾਂ ਭੇਜੀਆਂ ਨੇ। ਜਿਹੜੀ ਵੀ ਕੋਈ ਅਥਾਰਟੀ ਹੁੰਦੀ ਸੀ ਵੋਟਰ ਤਸਦੀਕ ਕਰਨ ਦੀ, ਉਸ ਨੂੰ ਇੱਕ ਦਿਨ ਪਹਿਲਾਂ ਲਿਸਟ ਭੇਜ ਦਿੰਦੇ ਸੀ ਔਰ ਲਿਸਟ ਕੀ ਹੁੰਦੀ ਸੀਗੀ ਕਿ ਜਿੰਨੇ ਵੋਟਿੰਗ ਲਿਸਟ ਦੇ ਵਿੱਚ ਲੋਕ ਸਭਾ, ਰਾਜ ਸਭਾ ਦੀ ਜਾਂ ਲੋਕ ਸਭਾ ਤੇ ਅਸੈਂਬਲੀ ਦੀ ਵੋਟਿੰਗ ਲਿਸਟ ਹੁੰਦੀ ਸੀ, ਜਿੰਨੇ ਵੋਟਰ ਉਸ ਦੇ ਵਿੱਚ ਹੁੰਦੇ ਸਨ ਉਹਨਾਂ ਦੇ, ਜੇ ਹੁਣ ਰਮੇਸ਼ ਕੁਮਾਰ ਹੈ ਤਾਂ ਰਮੇਸ਼ ਸਿੰਘ ਲਿਖ ਕੇ ਭੇਜਦਾ ਤੇ ਇਸ ਤਰ੍ਹਾਂ ਨਾਲ ਇਹ ਕਰ ਰਹੇ ਸਨ। ਤੇ ਬਹੁਤ ਸਾਰੇ ਜਿਹੜੇ ਵੋਟਰ ਕੇਸਾਧਾਰੀ ਵੀ ਨਹੀਂ ਸਨ ਉਹ ਵੀ ਵੋਟਾਂ ਪਾ ਰਹੇ ਸਨ। ਤਾਂ ਇਹ ਪਿਛਲੀ ਵਾਰੀ ਜਿਹੜਾ ਇੱਥੇ ਇੱਕ ਮੁਕੱਦਮਾ ਚੱਲਿਆ ਸੀਗਾ ਲਵਲੀਨ ਵਰਸਸ SGPC, ਉਹ ਕੁਛ ਇਹਨਾਂ ਦੇ ਉੱਥੇ ਵੀ ਮੈਂ ਵੀ ਹਾਈ ਕੋਰਟ ਦੇ ਵਿੱਚ ਫੁੱਲ ਬੈਂਚ ਦੇ ਸਾਹਮਣੇ ਪੇਸ਼ ਹੋਇਆ ਸੀਗਾ ਔਰ ਮੈਂ ਇਹ ਵੀ ਸਲਾਹ ਦਿੱਤੀ ਸੀ ਵੀ ਇਹ ਜਿਹੜੇ ਵੋਟਰ ਹੋਣਗੇ ਸਾਰੇ ਸਹਿਜਧਾਰੀ ਦਾ ਵੋਟਿੰਗ ਦਾ ਮਤਲਬ ਸਹਿਜਧਾਰੀ ਨੂੰ ਇਸ ਤਰ੍ਹਾਂ ਦੇ ਨਾਲ ਸਿੱਖ ਨਹੀਂ ਗਿਣਿਆ ਜਾ ਸਕਦਾ ਜਿਸ ਤਰ੍ਹਾਂ ਦੇ ਨਾਲ ਦੂਸਰੇ ਸਿੱਖ ਹੁੰਦੇ ਨੇ, ਕਿਉਂਕਿ ਉਹਨਾਂ ਦੇ ਇਹ ਕੰਡੀਸ਼ਨ ਸੀ ਕਿ ਜਿਹੜਾ ਵੀ ਕੋਈ ਇਸ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਲਏਗਾ ਉਹ ਪੂਰਨ ਗੁਰਸਿੱਖ ਹੋਣਾ ਚਾਹੀਦਾ। ਜੇ ਸਿੱਖਾਂ ਦੇ ਕੋਟੇ ਦੇ ਵਿੱਚ ਉਸਨੇ ਸੀਟ ਲੈਣੀ ਹੈ ਤਾਂ ਉਸ ਦਾ ਇਸ ਅਸਰ ਇਹ ਜਨਰਲ ਵੋਟਾਂ ਦੇ ਉੱਤੇ ਵੀ ਪੈਂਦਾ ਸੀ। ਤੇ ਫਿਰ ਇਹਨਾਂ ਨੇ ਇਹ ਸਾਰਾ ਕਰਕੇ ਤੇ ਉਸ ਮੁਕੱਦਮੇ ਤੋਂ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਸਹਿਜਧਾਰੀ ਵੋਟ ਨਹੀਂ ਪਾ ਸਕਣਗੇ। ਸਹਿਜਧਾਰੀ ਦਾ ਮਤਲਬ ਇਹ ਨਹੀਂ ਵੀ ਸਹਿਜਧਾਰੀ ਸਿੱਖ ਹੋ, ਸਹਿਜਧਾਰੀ ਦੇ ਬਹਾਨੇ ਜਿਹੜੇ ਹਜ਼ਾਰਾਂ ਲੋਕਾਂ ਨੂੰ ਇਹ ਵੋਟਾਂ ਬਣਵਾ ਲੈਂਦੇ ਸਨ ਨਕਲੀ ਔਰ ਉਹਨਾਂ ਕੋਲੋਂ ਪਵਾ ਕੇ ਤੇ ਆਪਣੇ ਬੰਦਿਆਂ ਨੂੰ ਜਿਤਾ ਲੈਂਦੇ ਸਨ। ਇਹ ਪਾਰਟੀ ਦਾ ਜਿਹੜਾ ਸਭ ਤੋਂ ਘਿਨਾਉਣਾ ਤੇ ਸਭ ਤੋਂ ਘਟੀਆ ਰੋਲ ਅਕਾਲੀ ਦਲ ਦਾ ਰਿਹਾ ਪਿਛਲੇ ਦਿਨਾਂ ਦੇ ਵਿੱਚ। ਉਮੀਦ ਹੈ ਕਿ ਹੁਣ ਇਹ ਸਿੱਖ ਜਾਣਗੇ ਇਸ ਤੋਂ ਔਰ ਲੋਕਾਂ ਨੂੰ ਵੋਟਾਂ ਬਣਾ ਕੇ ਅੰਮ੍ਰਿਤਧਾਰੀ ਜਿਹੜੇ ਖਾਲਸਾ ਹੈ ਉਸ ਨੂੰ ਅਧਿਕਾਰ ਹੈ ਕਿ ਉਹ ਗੁਰਦੁਆਰਿਆਂ ਦੇ ਉੱਤੇ ਐਡਮਿਨਿਸਟ੍ਰੇਸ਼ਨ ਜੋ ਵੀ ਹੈ ਉਹ ਕਰਨ ਤੇ ਉਸ ਦੇ ਨਾਲ ਜਿਹੜੇ ਸਿੱਖੀ ਦੀਆਂ ਕਦਰਾਂ ਕੀਮਤਾਂ ਹੋਣਗੀਆਂ ਉਹ ਸਾਹਮਣੇ ਲਿਆਉਣ ਤੇ ਉਹਨਾਂ ਦਾ ਪ੍ਰਚਾਰ ਕਰਨ ਤਾਂ ਕਿ ਸੰਸਾਰ ਦਾ ਭਲਾ ਹੋਵੇ। ਕਿਉਂਕਿ ਇਹ ਕੋਈ ਕਿਸੇ ਜਾਤ ਵਾਸਤੇ ਤੇ ਕਿਸੇ
ਧਰਮ ਵਾਸਤੇ, ਕਿਸੇ ਇਕੱਲੇ ਮੁਲਕ ਵਾਸਤੇ ਸਿੱਖੀ ਨਹੀਂ ਬਣੀ। ਇਹ ਯੂਨੀਵਰਸਲ ਫਿਨੋਮਨਾ ਹੈ, ਸਾਰੇ ਸੰਸਾਰ ਦੇ ਵਿੱਚ ਇਸ ਨੂੰ ਫੈਲਣਾ ਚਾਹੀਦਾ ਹੈ। ਤਾਂ ਇਹ ਅੰਮ੍ਰਿਤਧਾਰੀ ਸਿੱਖ ਜਿਹੜੇ ਹਨਗੇ ਉਹਨਾਂ ਦੇ ਬਾਰੇ ਇਹ ਤਾਂ ਪੱਕਾ ਹੁੰਦਾ ਕਿ ਜੀ ਇਹ ਕਿਸੇ ਦੇ ਦੂਸਰੇ ਦੇ ਨਾਲ ਨਹੀਂ, ਸਿੱਧੇ ਗੁਰੂ ਦੇ ਨਾਲ ਜੁੜੇ ਹੋਏ ਨੇ। ਤਾਂ ਉਹਨਾਂ ਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ। ਉਹਨਾਂ ਦੀਆਂ ਵੋਟਾਂ ਕਿਸੇ ਐਸੀ ਵਿਧੀ ਨਾਲ ਬਣਨੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਹੇਰਾਫੇਰੀ ਕਰਕੇ ਤੇ ਦੂਸਰੇ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਦੇ ਕੇ ਤੇ ਫਿਰ ਗਲਤ ਬੰਦੇ ਨਾ ਚੁਣੇ ਜਾ ਸਕਣ। ਇਹ ਇੱਕ ਛੋਟੀ ਜਿਹੀ ਸੋਚ ਹੈ ਜਿਹੜੀ ਕਿ ਸ਼੍ਰੋਮਣੀ ਕਮੇਟੀ ਵੀ ਸੋਚ ਸਕਦੀ ਹੈ। ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਵੋਟਾਂ ਦੇ ਰਾਹੀਂ ਜਿਹੜਾ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕੀਤਾ ਹੈ ਨਕਲੀ ਵੋਟਾਂ ਬਣਾ ਕੇ, ਇਹ ਜਿਹੜਾ ਰੁਝਾਨ ਹੈ ਇਹਨਾਂ ਦਾ ਬੰਦ ਕਰਨਾ ਚਾਹੀਦਾ ਹੈ ਤੇ ਸਾਰੇ ਪੰਥ ਨੂੰ ਬੈਠ ਕੇ ਇਸ ਦਾ ਫੈਸਲਾ ਕਰਨਾ ਚਾਹੀਦਾ ਹੈ ਕਿ ਵੋਟਾਂ ਕਿਸ ਤਰ੍ਹਾਂ ਬਣਨੀਆਂ ਨੇ। ਜੇ ਹੋ ਸਕਦਾ ਹੋਵੇ ਤਾਂ ਜਿਹੜੀ ਇੱਕ ਵੋਟਰ ਲਿਸਟ ਲੋਕ ਸਭਾ ਔਰ ਅਸੈਂਬਲੀਆਂ ਵਾਸਤੇ ਬਣਦੀ ਹੈ ਉਸ ਦੇ ਵਿੱਚੋਂ ਹੀ ਦੇਖ ਕੇ ਤੇ ਉਹਨਾਂ ਨੂੰ ਦੂਸਰੇ ਲੋਕਾਂ ਨੂੰ ਵੋਟਰ ਬਣਾ ਲਿਆ ਜਾਵੇ ਤਾਂ ਕਿ ਪਤਾ ਹੋਵੇ ਕਿ ਕਿਹੜੇ ਵੋਟਰ ਹਨਗੇ ਤੇ ਕਿੱਥੇ ਇਹਨਾਂ ਨੇ ਵੋਟ ਪਾਉਣੀ ਹੈ। ਨਹੀਂ ਤਾਂ ਇੱਕ ਇਸ ਤਰ੍ਹਾਂ ਹੁੰਦਾ ਸੀਗਾ ਕਿ ਵੋਟਰ ਲਿਸਟ ਨੂੰ ਲੈ ਕੇ ਤੇ ਉਹਨਾਂ ਦੇ ਸਾਰਿਆਂ ਦੇ ਸਿੰਘ ਨਾਂ ਬਣਾ ਕੇ ਤੇ ਉਹਨਾਂ ਦੀਆਂ ਵੋਟਾਂ ਇੱਕ ਦਿਨ ਪਹਿਲਾਂ ਬਣਾ ਲਈਆਂ ਜਾਂਦੀਆਂ ਸਨ ਤਾਂ ਕਿ ਉਹ ਦੂਸਰੇ ਦਿਨ ਕੈਂਸਲ ਵੀ ਨਾ ਹੋ ਸਕਣ। ਕੈਂਸਲ ਕਰਨ ਵਾਸਤੇ ਵੀ 24 ਘੰਟਿਆਂ ਦਾ ਨੋਟਿਸ ਚਾਹੀਦਾ। ਸੋ ਉਹ ਚਲਾਕੀਆਂ ਜਿਹੜੀਆਂ ਹੈਗੀਆਂ ਬੰਦ ਹੋ ਜਾਣ ਤੇ ਜਿਸ ਤਰ੍ਹਾਂ ਗੁਰਦੁਆਰਿਆਂ ਦਾ ਇਹ ਪ੍ਰਬੰਧ ਹੈ, ਜਿਸ ਤਰ੍ਹਾਂ ਦਾ ਪਵਿੱਤਰ ਪਾਕ ਪ੍ਰਬੰਧ ਹੈ, ਉਸ ਤਰ੍ਹਾਂ ਦੇ ਪਵਿੱਤਰ ਪਾਕ ਇੰਤਜ਼ਾਮ ਕੀਤੇ ਜਾਣ ਤਾਂ ਕਿ ਉਹ ਲੋਕ ਹੀ ਗੁਰਦੁਆਰਿਆਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਸਕਣ ਜਿਹੜੇ ਕਿ ਗੁਰਦੁਆਰਿਆਂ ਨਾਲ ਕੋਈ ਪ੍ਰੇਮ ਰੱਖਦੇ ਆ ਔਰ ਸਿੱਖੀ ਦੇ ਪਾਬੰਦ ਹਨਗੇ ਤੇ ਗੁਰੂ ਸਾਹਿਬਾਨ ਦੇ ਜਿਹੜਾ ਸਿੱਖਿਆਵਾਂ ਹਨਗੀਆਂ ਇਹਨਾਂ ਨੂੰ ਸੰਸਾਰ ਦੇ ਸਾਹਮਣੇ ਰੱਖਣ ਦੀ ਚਾਹ ਰੱਖਦੇ ਨੇ। ਇਹੋ ਜਿਹੇ ਲੋਕਾਂ ਨੂੰ ਇਸ ਦੇ ਵਿੱਚ ਆਉਣਾ ਚਾਹੀਦਾ। ਇਹ ਇੰਤਜ਼ਾਮ ਇਹਨਾਂ ਨੂੰ ਕਰ ਲੈਣਾ ਚਾਹੀਦਾ। ਬਾਕੀ ਹੋਰ ਕੋਈ ਨੁਕਸ ਨਹੀਂ ਹੈ। ਜੀ ਸਰਦਾਰ ਸਾਹਿਬ, ਜਦੋਂ ਤੁਸੀਂ ਕਹਿੰਦੇ ਹੋ ਕਿ ਪੰਥ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਸੋਚ ਲੈਣਾ ਚਾਹੀਦਾ ਹੈ, ਮੈਂ ਕਈ ਵਾਰੀ ਕਈਆਂ ਨੂੰ ਸਵਾਲ ਕੀਤਾ, ਸ਼ਾਇਦ ਤੁਹਾਡੇ ਅੱਗੇ ਵੀ ਪਹਿਲਾਂ ਕੀਤਾ ਹੋਵੇ, ਦੁਬਾਰਾ ਕਰ ਰਿਹਾ ਕਿ ਪੰਥ ਤੁਸੀਂ ਸਮਝਦੇ ਕਿਸ ਨੂੰ? ਮਤਲਬ ਕਿ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਪੰਥਕ ਸਿਆਸਤ ਦੇ ਵਿੱਚ, ਉਹਦੇ ਵਿੱਚ ਪੰਥ ਕਿਹਨੂੰ ਸਮਝਿਆ ਜਾਵੇ? ਜਿਵੇਂ ਕਾਰਜਕਾਰੀ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਈ ਵਾਰੀ ਝੋਲੀਆਂ ਵੀ ਅੱਡੀਆਂ ਪਿੱਛੇ ਜੇ ਉਹਨਾਂ ਨੇ ਕਿਹਾ ਕਿ ਸਾਰੇ ਇਕੱਠੇ ਹੋ ਜਾਓ, ਮੈਂ ਚਾਹੁੰਦਾ ਤੁਸੀਂ ਸਾਰੇ ਇਕੱਠੇ ਹੋ। ਹੁਣ ਜਦੋਂ ਪਾਸੇ ਹੋਏ ਨੇ ਤੇ ਉਹ ਕਹਿੰਦੇ ਕਿ ਪ੍ਰੈਸ਼ਰ ਹੋਇਆ, ਜਦੋਂ ਮੈਨੂੰ ਪ੍ਰੈਸ਼ਰ ਲੱਗਿਆ ਤੇ ਮੈਂ ਪਾਸੇ ਹੋ ਗਿਆ। ਉਹਨਾਂ ਨੇ ਸਾਫ਼ ਨਹੀਂ ਕੀਤਾ ਕਿ ਕਿਸ ਤਰ੍ਹਾਂ ਦਾ ਪ੍ਰੈਸ਼ਰ, ਲੋਕਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੋ ਸਕਦਾ, ਫਿਰ ਚੁੱਲ ਚਰਚਾ ਉਹੋ ਜਿਹੀ ਚੱਲਣ ਲੱਗ ਜਾਂਦੀ ਹੈ। ਇਹਦੇ ਨਾਲ ਮੈਂ ਇਹ ਵੀ ਗੱਲ ਜੋੜ ਦੇਣਾ ਚਾਹੁੰਦਾ ਕਿ ਜਦੋਂ ਕਰੈਕਟਰ ਅਸੈਸੀਨੇਸ਼ਨ ਤੁਸੀਂ ਜਿਹਨੂੰ ਆਪ ਹੀ ਜਥੇਦਾਰ ਬਣਾਉਂਦੇ ਹੋ, ਮੁੜ ਕੇ ਫਿਰ ਆਪ ਹੀ ਉਹਦੀ ਕਿਰਦਾਰ ਕੁਸ਼ੀ ਕਰਦੇ ਹੋ ਜਦੋਂ ਜਥੇਦਾਰੀ ਤੋਂ ਲਾਂਭੇ ਹੁੰਦਾ ਜਾਂ ਫਿਰ ਉਹ ਕਿਸੇ ਹੋਰ ਸੇਵਾ ਵਿੱਚ ਚਲਾ ਜਾਂਦਾ, ਤੇ ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ ਆ ਕਿ ਕਿਹੜੇ ਪਾਸੇ ਅਸੀਂ ਜਾ ਰਹੇ ਹਾਂ। ਕੱਲ ਨੂੰ ਸਾਨੂੰ ਸਾਡੇ ਜਥੇਦਾਰ ਹੀ ਬਹੁਤ ਨੇ, ਮੁਤਵਾਜ਼ੀ ਵੀ ਬੈਠੇ ਨੇ, ਮੌਜੂਦਾ ਜਥੇਦਾਰ ਵੀ ਬੈਠੇ ਨੇ, ਕਾਰਜਕਾਰੀ ਵੀ ਆ ਜਾਂਦੇ ਨੇ, ਫਿਰ ਬਾਅਦ 'ਚੋਂ ਜਦੋਂ ਹਟਾਇਆ ਜਾਂਦਾ। ਮੈਂ ਵਿਰਸਾ ਸਿੰਘ ਬਲਟੋਆ ਹੋਰਾਂ ਦੀ ਐਗਜ਼ਾਮਪਲ ਦਿਆਂਗਾ, ਜੋ ਕੁਝ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਦੀ ਸਿਆਸਤ ਸ਼ੁਰੂ ਹੋਈ ਜਾਂ ਜਥੇਦਾਰ ਸਾਹਿਬ ਨੇ ਜੋ ਕੁਝ ਅੱਗੋਂ ਰਿਪਲਾਈ ਕੀਤਾ, ਫਿਰ ਉਹ ਦਿੱਲੀ ਵਾਲੀ ਗੱਲ ਨੂੰ ਲੈ ਕੇ ਰੌਲਾ ਪੈ ਗਿਆ, ਰਾਜੇਵਾਲ ਸਾਹਿਬ ਦਾ ਵੀ ਮਾਫ ਕਰਨਾ ਰਾਜੋਆਣਾ ਸਾਹਿਬ ਦੀ ਵੀ ਚਿੱਠੀ ਫਿਰ ਬਾਹਰ ਆਈ। ਇਹ ਬੜੇ ਤਰੀਕੇ ਦਾ ਰੋਲ ਘਚੋਲਾ ਹੈ। ਇਹਦੇ ਵਿੱਚ ਤੁਸੀਂ ਪੰਥ ਕਿੱਥੇ ਦੇਖਦੇ ਹੋ? ਦੇਖੋ ਸੁਖਵਿੰਦਰ ਜੀ, ਗੱਲ ਇਹ ਹੈਗੀ ਕਿ ਪੰਥ ਉਹ ਹੁੰਦਾ ਹੈ ਜਿਹੜਾ ਕਿ ਪੰਥਕ ਸਰੋਕਾਰਾਂ ਦੇ ਨੂੰ ਨਾਲ ਲੈ ਕੇ ਚੱਲੇ। ਉਹ ਕਿਸੇ ਵੇਲੇ ਇਹ ਹੋਇਆ ਸੀ ਕਿ ਪੰਥ ਸਿਰਫ ਬੋਤਾ ਸਿੰਘ ਤੇ ਗਰਜਾ ਸਿੰਘ ਹੀ ਰਹਿ ਗਏ ਸਨ। ਇਹ ਕਈ ਵਾਰੀ ਸਾਡੇ ਨਾਲ ਹੋਇਆ। ਲੋਕ ਸਿੰਪਥਾਈਜ਼ਰ ਹੁੰਦੇ ਨੇ, ਹਮਦਰਦ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਲੇਕਿਨ ਪੰਥ ਉਹ ਹੁੰਦਾ ਹੈ ਜਿਹੜਾ ਕਿ ਪੰਥਕ ਸਰੋਕਾਰਾਂ ਨੂੰ ਗੁਰੂ ਸਾਹਿਬਾਨ ਦਾ ਜੋ ਨਿਸ਼ਾਨਾ ਸੀ ਉਸ ਦੀ ਪੂਰਤੀ ਦੇ ਵੱਲ ਵੱਧ ਰਿਹਾ ਹੋਵੇ, ਉਸ ਨੂੰ ਅਸੀਂ ਪੰਥ ਕਹਿੰਦੇ ਹਾਂ। ਇਹ ਜਿਹੜੇ ਲੋਕ ਆਣਗੇ, ਇਹ ਪੰਥ ਦਾ ਸਵਾਲ ਮਹਾਭਾਰਤ ਦੇ ਵਿੱਚ ਵੀ ਆਇਆ ਸੀ ਵੀ ਪੰਥ ਕੀ ਚੀਜ਼ ਹੁੰਦੀ ਹੈ। ਉਹ ਯਕਸ਼ ਪ੍ਰਸ਼ਨ ਦਾ ਇੱਕ ਉਹਦੇ ਵਿੱਚ ਚੈਪਟਰ ਹੈ। ਉਸ ਦੇ ਵਿੱਚ ਉਹ ਜਿਸ ਵੇਲੇ ਪਾਣੀ ਪੀਣ ਵਾਸਤੇ ਜਾਂਦਾ ਯੁਧਿਸ਼ਠਰ, ਤਾਂ ਯਕਸ਼ ਉਹਨੂੰ ਕਹਿੰਦਾ ਵੀ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ। ਉਹਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਪੰਥ ਕਿਸ ਨੂੰ ਕਹਿੰਦੇ ਹੋ? ਤਾਂ ਉਹ ਕਹਿੰਦਾ ਹੈ ਕਿ ਪੰਥ ਅਸੀਂ ਉਸ ਰਾਹ ਨੂੰ ਕਹਿੰਦੇ ਹਾਂ ਜਿਸ ਦੇ ਉੱਤੇ ਵੱਡੇ ਵੱਡੇ ਲੋਕ ਚੱਲਦੇ ਨੇ, ਜਿਹੜੇ ਸਾਡੇ ਆਗੂ ਹੋਣਗੇ, ਤਾਂ ਧਾਰਮਿਕ ਲੀਡਰ ਹੋਰ ਕਿਸਮ ਦੇ ਲੋਕ ਚੱਲਦੇ ਨੇ, ਉਸ ਨੂੰ ਪੰਥ ਕਹਿੰਦੇ ਆ। ਅਸੀਂ ਵੀ ਇਸੇ ਨੂੰ ਪੰਥ ਕਹਿੰਦੇ ਹਾਂ ਜਿਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਅੰਮ੍ਰਿਤਧਾਰੀ ਸਿੱਖ ਚੱਲਦੇ ਨੇ, ਉਸ ਨੂੰ ਅਸੀਂ ਪੰਥ ਕਹਿੰਦੇ ਹਾਂ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਇਸ ਦੇ ਵਿੱਚ ਦੁਬਿਧਾ ਨਹੀਂ
ਗੱਲ ਇਹ ਹੈਗੀ ਕਿ ਇਹ ਸਿਆਸੀ ਲੋਕ ਜਿਹੜੇ ਸਿਆਸੀ ਗਲਬਾ ਕਾਇਮ ਕਰ ਲੈਂਦੇ ਨੇ, ਕੁਛ ਹੇਰਾ ਫੇਰੀਆਂ ਕਰਕੇ, ਕੁਛ ਪ੍ਰਚਾਰ ਕਰਕੇ, ਕੁਛ ਜਿਹੜੇ ਲੋਕਾਂ ਨੂੰ ਜਿਹੜੇ ਦੁਸ਼ਮਣ ਹਨਗੇ ਉਹਨਾਂ ਨੂੰ ਭਰੋਸਾ ਦਵਾ ਕੇ ਕਿ ਅਸੀਂ ਤੁਹਾਡੇ ਨਾਲ ਹੀ ਹਾਂ, ਅਸੀਂ ਵੀ ਸਿੱਖਾਂ ਨੂੰ ਬਹੁਤ ਫਿੱਟ ਕਰਨਾ ਚਾਹੁੰਦੇ ਹਾਂ ਤੇ ਖਤਮ ਕਰਨਾ ਚਾਹੁੰਦੇ ਹਾਂ ਸਿੱਖੀ ਨੂੰ। ਦੇਖੋ ਇਹ ਕਿਸੇ ਦੀ ਗੱਲ ਨਹੀਂ ਮੰਨਦੇ, ਇਹ ਲੋਕ ਸਮਝਦੇ ਨੇ ਵੀ ਅਸੀਂ ਸੁਤੰਤਰ ਹਾਂ ਤੇ ਇਹਨਾਂ ਨੂੰ ਥੋੜਾ ਜਿਹਾ ਕਰਨਾ ਪੈਣਾ ਤੇ ਇਹ ਅਸੀਂ ਤੁਹਾਡੇ ਨਾਲ ਹਾਂ। ਇਸ ਤਰ੍ਹਾਂ ਦੇ ਭੁਲੇਖੇ ਭਰਮ ਉਹਨਾਂ ਦੇ ਮਨਾਂ ਦੇ ਵਿੱਚ ਪੈਦਾ ਕਰਕੇ ਫਿਰ ਉਹਨਾਂ ਦੀ ਜਿਹੜੀ ਪੱਤਰਕਾਰ ਲੋਕ ਹਨਗੇ, ਜਿਹੜੇ ਉਹਨਾਂ ਦਾ ਮੀਡੀਆ ਹੈਗਾ, ਉਸ ਨੂੰ ਵਰਤਦੇ ਨੇ ਪ੍ਰਚਾਰ ਕਰਨ ਵਾਸਤੇ। ਜੀ ਹਾਂ, ਇਹਦੇ ਵਰਗਾ ਤਾਂ ਸਿੱਖ ਹੀ ਕੋਈ ਨਹੀਂ, ਇਹਦੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ। ਹੁਣ ਇਹ ਪ੍ਰਕਾਸ਼ ਸਿੰਘ ਬਾਦਲ ਅਖੀਰ ਤੱਕ ਕਹਿੰਦੇ ਰਹੇ, ਇੱਕ ਵੇਲੇ ਮੈਨੂੰ ਪਤਾ ਇਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਪੂਰੇ ਪੇਜ ਦਾ ਇਸ਼ਤਿਹਾਰ ਵੀ ਦਿੱਤਾ ਸੀ ਕਿ ਅਸੀਂ ਜੀ ਬੜੇ ਲੋਕਾਂ ਦੇ ਆਪਸ ਦੇ ਵਿੱਚ ਮੇਲ ਜੋਲ ਕਰਨ ਵਾਲੇ ਆ ਤੇ ਅਸੀਂ ਪੰਜਾਬ ਦੇ ਵਿੱਚ ਏਕਤਾ ਕਰਵਾਈ ਹੈ, ਅਸੀਂ ਲੋਕਾਂ ਦੇ ਜਿਹੜੇ ਫਰਕ ਸਨ ਆਪਸ ਦੇ ਵਿੱਚੋਂ ਮਿਟਾਏ ਨੇ। ਹੁਣ ਸਿੱਖਾਂ ਨੇ ਤਾਂ ਕਦੇ ਵੀ ਨਹੀਂ ਕਿਹਾ ਵੀ ਸਾਡੇ ਹਿੰਦੂਆਂ ਦੇ ਨਾਲ ਕੋਈ ਫਰਕ ਆਣਗੇ, ਤੇ ਨਾ ਹੀ ਕੋਈ ਸਿੱਖਾਂ ਨੇ ਕੋਈ ਇਸ ਤਰ੍ਹਾਂ ਦੇ ਫਰਕ ਦਾ ਮੁਜ਼ਾਹਰਾ ਕੀਤਾ ਹੈ, ਤੇ ਨਾ ਹੀ ਇਸ ਬਿਨਾਂ ਦੇ ਉੱਤੇ ਕੋਈ ਹਿੰਦੂਆਂ ਦੇ ਨਾਲ ਕੋਈ ਝਗੜਾ ਹੋਇਆ। ਤਾਂ ਮਤਲਬ ਕੋਈ ਇਹ ਸੀ ਉਹਨਾਂ ਦਾ ਕਹਿਣ ਦਾ ਕਿ ਜੇ ਹਿੰਦੂ ਜਿਹੜੇ ਸਮਝਦੇ ਸੀਗੇ ਵੀ ਸਿੱਖਾਂ ਨੂੰ ਦਬਾ ਕੇ ਰੱਖਣਾ, ਅਸੀਂ ਇਹਨਾਂ ਦੇ ਨਾਲ ਆ ਹਿੰਦੂਆਂ ਦੇ ਤੇ ਤੁਹਾਨੂੰ ਦਬਾ ਕੇ ਰੱਖਣਾ ਚਾਹੁੰਦੇ ਆ, ਇਹ ਅਖੀਰ ਦੇ ਉੱਤੇ ਉਸ ਦੇ ਵਿੱਚੋਂ ਨਿਕਲਦਾ ਹੈ, ਜਿਹੜਾ ਕਿ ਕੋਈ ਬਹੁਤ ਹੀ ਪਵਿੱਤਰ ਚੀਜ਼ ਨਹੀਂ। ਔਰ ਕਿਸ ਤਰ੍ਹਾਂ ਦਾ ਇਹ ਇਹਨਾਂ ਦੀ ਭਾਵਨਾ ਹੋਏਗੀ, ਕਿਸ ਤਰ੍ਹਾਂ ਦਾ ਇਹਨਾਂ ਦਾ ਮਨ ਹੋਏਗਾ। ਲੇਕਿਨ ਇਹ ਅਕਾਲ ਤਖਤ ਨੂੰ, ਸ਼੍ਰੋਮਣੀ ਕਮੇਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਦੂਸਰਿਆਂ ਦੀ ਜਿਹੜੀ ਇੱਕ ਖੁਸ਼ਨੂਦੀ ਹਾਸਲ ਕਰਨਾ ਚਾਹੁੰਦੇ ਨੇ ਔਰ ਉਸ ਵਾਸਤੇ ਆਪਣੇ ਸਿਰਫ ਸਿਆਸੀ ਸ਼ਕਤੀ ਨੂੰ ਕਾਇਮ ਰੱਖਣ ਵਾਸਤੇ ਇਹ ਸਾਰਾ ਕੁਝ ਪ੍ਰਪੰਚ ਬਣਾਉਂਦੇ ਨੇ। ਸੋ ਇਹ ਜਿਹੜਾ ਸਾਰਾ ਕੁਝ ਹੈਗਾ ਇਹ ਤਾਂ ਇਸ ਤਰ੍ਹਾਂ ਬਣਦਾ ਹੈ, ਵਰਨਾ ਪੰਥ ਦੇ ਵਿੱਚ, ਸਿੱਖ ਦੇ ਵਿੱਚ ਔਰ ਡੈਫੀਨੇਸ਼ਨਸ ਦਾ ਆਪਣੇ ਕੋਲੇ ਪੂਰੇ ਹਨਗੇ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੋ ਸਕਦੀ। ਤਾਂ ਇਹ ਜਿਹੜੀਆਂ ਇਹਨਾਂ ਦੀਆਂ ਚਾਲਾਂ ਹਨਗੀਆਂ ਸਿਆਸੀ ਸਾਡੇ ਆਗੂਆਂ ਦੀਆਂ, ਖਾਸ ਤੌਰ ਦੇ ਉੱਤੇ ਇਹੋ ਜਿਹੇ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਜਿਹੋ ਜਿਹੇ ਅਕਾਲੀ 1966 ਤੋਂ ਬਾਅਦ ਮਾਸਟਰ ਤਾਰਾ ਸਿੰਘ ਤੋਂ ਬਾਅਦ ਆਏ ਨੇ, ਉਹ ਅਕਾਲੀ ਜਿਹੋ ਜਿਹੇ ਸੀਗੇ ਉਹ ਲੋਕ ਸੀਗੇ ਜਿਨ੍ਹਾਂ ਦੀਆਂ ਸਿਆਸੀ ਚਾਲਾਂ ਤੋਂ ਬਚਣ ਦੀ ਲੋੜ ਹੈ ਔਰ ਇਸ ਦੇ ਬਾਰੇ ਐਜੂਕੇਟ ਹੋਣ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਆਪਣੇ ਆਪ ਸਮਝਣ ਦੀ ਲੋੜ ਹੈ ਕਿ ਇਹ ਉਹ ਇੱਕ ਆਪਣੇ ਬੋਲੀ ਵੀ ਪਾਉਂਦੇ ਹੁੰਦੇ ਆ, ਤੇਰੀ 2 ਟਕਿਆਂ ਦੀ ਨੌਕਰੀ ਮੇਰਾ ਲੱਖਾਂ ਦਾ ਸਾਵਣ ਜਾਏ। ਬਈ ਸਾਡੇ ਤਾਂ ਇਹ ਸੰਸਾਰ ਦੇ ਵਿੱਚ ਵੱਡਾ ਦਾਈਆ ਸਾਡਾ, ਅਸੀਂ ਸੰਸਾਰ ਦਾ ਕਲਿਆਣ ਕਰਨਾ ਤੇ ਤੁਹਾਡੀ 2 ਟਕਿਆਂ ਦੀ ਚੀਫ ਮਿਨਿਸਟਰੀ ਪਿੱਛੇ ਤੁਸੀਂ ਸਾਨੂੰ ਦਾਅ ਤੇ ਲਾ ਦਿੰਦੇ ਹੋ। ਇਹ ਗੱਲਾਂ ਗਲਤ ਆਣਗੀਆਂ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ। ਜਥੇਦਾਰ ਸਾਹਿਬ ਦੀ ਜਿਹੜੀ ਗੱਲ ਹੈ ਕਿ ਜੀ ਉਹਨਾਂ ਦੇ ਉੱਤੇ ਦਬਾਅ ਸੀ, ਇਹ ਤਾਂ ਆਪਾਂ ਸਾਰੇ ਜਾਣਦੇ ਸਾਂ। ਵਰਨਾ ਇਹ ਕਦੋਂ ਹੁੰਦਾ ਹੈ ਕਿ ਇੱਕ ਆਦਮੀ ਕੋਲੇ 2 ਅਹੁਦੇ ਹੋਣ ਤਾਂ ਜਿਹੜਾ ਛੋਟਾ ਅਹੁਦਾ ਉਹ ਤਾਂ ਕਹੇ ਵੀ ਮੈਂ ਰੱਖਣਾ ਹੈ ਤੇ ਜਿਹੜਾ ਵੱਡਾ ਹੈ ਉਹ ਮੈਂ ਤਿਆਗਣਾ ਹੈ ਕਿਉਂਕਿ ਮੈਨੂੰ ਮੈਂ ਆਪਣੀ ਸਵੈ ਇੱਛਾ ਦੇ ਨਾਲ ਤਿਆਗਣਾ। ਤਾਂ ਇਹ ਤਾਂ ਸਾਰੀਆਂ ਗੱਲਾਂ ਹੁੰਦੀਆਂ ਨੇ। ਜਿੰਨੇ ਵੀ ਜਥੇਦਾਰ ਇੱਥੋਂ ਕੱਢੇ ਗਏ ਨੇ ਪਿਛਲੇ ਸਮਿਆਂ ਦੇ ਵਿੱਚ, ਭਾਈ ਰਣਜੀਤ ਸਿੰਘ ਨੂੰ ਲੈ ਲਓ, ਜੋਗਿੰਦਰ ਸਿੰਘ ਵਿਦਾਂਤੀ ਨੂੰ ਲੈ ਲਓ, ਕਿਸੇ ਨੂੰ ਲੈ ਲਓ, ਇਹ ਸਾਰੇ ਜ਼ਬਰਦਸਤੀ ਕੱਢੇ ਗਏ ਨੇ ਔਰ ਧੱਕੇ ਮਾਰ ਕੇ ਕੱਢੇ ਗਏ ਨੇ। ਉਹ ਜੋਗਿੰਦਰ ਸਿੰਘ ਵਿਦਾਂਤੀ ਵਿਚਾਰਾ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀਗਾ ਤੇ ਕਹਿੰਦਾ ਵੀ ਇਹ ਅਸਤੀਫਾ ਲੈਣ ਪਹੁੰਚ ਗਏ, ਕਹਿੰਦੇ ਵੀ ਇਹ ਦਸਤਖਤ ਕਰਦੇ ਤੇਰਾ ਅਸਤੀਫਾ ਹੈ। ਉਹ ਕਹਿੰਦਾ ਮੈਂ ਇਸ਼ਨਾਨ ਕਰਕੇ ਆ ਰਿਹਾ ਤੇ ਹੁਣ ਇਹ ਕਰ, ਨਹੀਂ ਕਹਿੰਦੇ ਹੁਣੇ ਪਹਿਲਾਂ ਇਹ ਦਸਤਖਤ ਕਰ। ਤਾਂ ਉਸ ਤੋਂ ਬਾਅਦ ਇਹ ਲੋਕਾਂ ਨੇ ਫਿਕਰਾ ਬਣਾਇਆ ਸੀਗਾ ਕਿ ਜੀ ਪ੍ਰਥਮ ਅਸਤੀਫਾ ਪਾਛੇ ਇਸ਼ਨਾਨ। ਤਾਂ ਇਹ ਤਰੀਕਾ ਵਰਤਦੇ ਆਏ ਨੇ। ਇਸ ਸਿੱਖੀ ਦੇ ਵਿੱਚ ਜਿੰਨਾ ਰੌਲ ਘਚੋਲਾ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਪਿਆ ਔਰ ਜਾਣ ਕੇ ਪਾਇਆ ਗਿਆ, ਇਸ ਦੇ ਬਹੁਤ ਜ਼ਿਆਦਾ ਪ੍ਰਤੱਖ ਸਬੂਤ ਹੋਣਗੇ ਕਿ ਇਹ ਜਾਣ ਕੇ ਪਾਇਆ ਗਿਆ। ਇਹਨਾਂ ਨੂੰ ਆਪਣੀ ਸਵੈ ਪੜਚੋਲ ਕਰਨੀ ਚਾਹੀਦੀ ਹੈ ਤੇ ਜਿਵੇਂ ਕਹਿੰਦੇ ਨੇ ਵੀ ਸਵੈ ਇੱਛਾ ਦੇ ਨਾਲ ਉਹਨਾਂ ਨੇ ਰਿਜ਼ਾਈਨ ਕੀਤਾ, ਇਹੋ ਜਿਹੀਆਂ ਗੱਲਾਂ ਛੱਡ ਦੇਣ, ਸਵੈ ਪੜਚੋਲ ਕਰਨ ਔਰ ਉਹ ਸੋਚਣ ਕਿ ਇਹ ਜਿਹੜੇ ਕੰਮ ਸੀਗੇ ਇਹ ਗਲਤ ਸੀਗੇ ਤੇ ਇਹਨਾਂ ਨੂੰ ਤਿਆਗ ਦੇਣ। ਇਹਨਾਂ ਦਾ ਮਾਣ ਸਤਿਕਾਰ ਬਹੁਤ ਜ਼ਿਆਦਾ ਵੱਧ ਜਾਏਗਾ ਲੋਕਾਂ ਦੇ ਵਿੱਚ ਔਰ ਹੋ ਸਕਦਾ ਹੈ ਕਿ ਗੁਰਦੁਆਰਿਆਂ ਦੀ ਵੀ ਸਿੰਪਥੀ ਇਹਨਾਂ ਦੇ ਨਾਲ ਹੀ ਰਵੇ। ਜਦੋਂ ਇਹ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਸ਼ਾਇਦ ਉੱਥੋਂ ਵੀ ਇਹਨਾਂ ਨੂੰ ਮਦਦ ਮਿਲਦੀ ਰਵੇ। ਲੇਕਿਨ ਇਹ ਐਕਸਪਲੋਇਟੇਸ਼ਨ ਇਹਨਾਂ ਦਾ ਬੰਦ ਹੋਣਾ ਚਾਹੀਦਾ। ਇਹ ਬਿਲਕੁਲ ਜਾਇਜ਼ ਗੱਲ ਹੈ ਤੁਹਾਡੀ। ਜੀ ਸ਼ੁਕਰੀਆ ਸਰਦਾਰ ਸਾਹਿਬ, ਧੰਨਵਾਦ ਤੁਹਾਡਾ। ਤੁਹਾਡਾ ਵੀ ਧੰਨਵਾਦ ਜੀ।
ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਜੀ। ਸੀਮਤ ਸਮੇਂ ਦੇ ਵਿੱਚ ਰਹਿ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਥਕ ਮਸਲਿਆਂ ਦੇ ਨਾਲ ਜੁੜੇ ਕੁਝ ਕੁ ਸਵਾਲਾਂ ਦੇ ਉੱਤੇ ਤੁਹਾਡੇ ਰੂਬਰੂ ਚਰਚਾ ਕਰੀਏ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ ਤੇ ਮੌਜੂਦਾ ਸਮੇਂ ਜਿਹੜਾ ਰੇੜਕਾ ਚੱਲ ਰਿਹਾ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਉਹ ਵੀ ਜ਼ਰੂਰ ਤੁਸੀਂ ਦੱਸਿਓ। ਮੈਨੂੰ ਇਜਾਜ਼ਤ ਦਿਓ। ਧੰਨਵਾਦ।